ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਾਪ ਦੀ ਸੇਵਾ ਜੋ ਹੈ ਉਹ ਬੇਟੀ ਰਵਨੀਤ ਕੌਰ ਹਨ ਜੀ, ਦੇਵੀਗੜ੍ਹ ਤੋਂ। ਸਭ ਤੋਂ ਪਹਿਲਾਂ ਸ਼ੁਰੂਆਤ ਕਰਨ ਜਾ ਰਹੇ ਹਾਂ। ਸਾਰੇ ਹੀ ਪਿਆਰ ਸਹਿਤ ਬੋਲੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ 174ਵਾਂ ਦਿਨ ਜੋ ਕੈਂਪ ਦਾ ਹੈ। 174 ਦਿਨ ਹੋ ਗਏ ਲਗਾਤਾਰ। ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਲਗਾਤਾਰ ਵਿਦਿਆਰਥੀ ਲਾਹਾ ਲੈ ਰਹੇ ਨੇ, ਸੰਗਤਾਂ ਲਾਹਾ ਲੈ ਰਹੀਆਂ ਨੇ। ਧੰਨਵਾਦ ਹੈ ਸਾਰਿਆਂ ਦਾ। ਤੇ ਬੱਚੀ ਰਵਨੀਤ ਕੌਰ 11ਵੀਂ ਕਲਾਸ ਦੀ ਵਿਦਿਆਰਥਣ ਹੈ। ਉਸਦੀ ਭੈਣ ਨਿਮਰਜੋਤ ਕੌਰ 7ਵੀਂ ਕਲਾਸ ਦੀ ਵਿਦਿਆਰਥਣ ਹੈ। ਸੋ ਦੇਵੀਗੜ੍ਹ ਤੋਂ ਬੱਚੀਆਂ ਹਨ। ਜਾਪ ਦੀ ਜੋ ਸੇਵਾ ਹੈ, ਬੱਚਿਆਂ ਨੂੰ ਬੇਨਤੀ ਹੈ ਕਿ ਆਪਣਾ ਮਾਈਕ ਅਨਮਿਊਟ ਕਰਕੇ ਜਾਪ ਦੀ ਸੇਵਾ ਦੀ ਆਰੰਭਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਆਵਾਜ਼ ਆ ਰਹੀ ਹੈ ਜੀ? ਬਹੁਤ ਵਧੀਆ ਆ ਰਹੀ ਹੈ ਜੀ, ਬਹੁਤ ਵਧੀਆ। ਵਾਹਿਗੁਰੂ 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 ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਹੈ। ਬੱਚੀ ਨਿਮਰਜੋਤ ਕੌਰ 14822, ਬੱਚੀ ਰਵਨੀਤ ਕੌਰ 14823 ਬਹੁਤ ਹੀ ਪਿਆਰ ਸ਼ਰਧਾ ਭਾਵਨਾ ਦੇ ਨਾਲ ਜਾਪ ਦੀ ਸੇਵਾ ਕੀਤੀ ਹੈ। ਬਹੁਤ ਧੰਨਵਾਦ ਹੈ। ਬਾਣੀ ਨਾਲ ਜੁੜ ਕੇ ਰਹਿਣਾ ਹੈ ਸਾਰਿਆਂ ਨੇ। ਆਓ ਇਸ ਤੋਂ ਅਗਲੀ ਸੇਵਾ ਜੋ ਕੀਰਤਨ ਦੀ ਹੈ, ਬੱਚੀ ਜਸਪ੍ਰੀਤ ਕੌਰ ਹੈ। 9605 EPP ਨੰਬਰ ਹੈ। 11ਵੀਂ ਕਲਾਸ ਦੀ ਵਿਦਿਆਰਥਣ ਹੈ। ਤੇ ਸਹਿਜਪ੍ਰੀਤ ਕੌਰ ਜੀ 6ਵੀਂ ਕਲਾਸ ਦੇ ਵਿਦਿਆਰਥੀ ਹਨ। ਉਹਨਾਂ ਦੀ ਭੈਣ ਹੈ। ਤੇ 9603 ਨੰਬਰ ਹੈ ਉਹਨਾਂ ਦਾ। ਤੇ ਇਹ ਸਾਨੂੰ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣਾ ਰਹੇ ਨੇ। ਸਾਰੇ ਹੀ ਪਿਆਰ ਸ਼ਰਧਾ ਭਾਵਨਾ ਨਾਲ ਮਨ ਚਿੱਤ ਇਕਾਗਰ ਕਰਕੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बिसर गई सब तात पराई,
बिसर गई सब तात पराई, जब ते साध संगत मोहे पाई, जब ते साध संगत मोहे पाई। बिसर गई सब तात पराई, बिसर गई सब तात पराई। ना को बैरी नाही बेगाना, सगल संग हमको बने आई। बिसर गई सब तात पराई, बिसर गई सब तात पराई। जो प्रभ कीन्हो सो बल मान्यो, एह सुमत साधु ते पाई। बिसर गई सब तात पराई, बिसर गई सब तात पराई। जब ते साध संगत मोहे पाई, जब ते साध संगत मोहे पाई। सब मेहराब रहिया प्रभ एक, पेख पेख नानक बिगसाई। बिसर गई सब तात पराई, बिसर गई सब तात पराई। जब ते साध संगत मोहे पाई, जब ते साध संगत मोहे पाई। वाहिगुरु जी का खालसा, वाहिगुरु जी की फतेह। तो निहाल सत श्री अकाल। ਬਹੁਤ ਧੰਨਵਾਦ ਹੈ ਬੱਚੀ ਜਸਪ੍ਰੀਤ ਕੌਰ ਜੀ ਦਾ, ਜਿਨ੍ਹਾਂ ਨੇ ਗੁਰਬਾਣੀ ਦਾ ਅੰਮ੍ਰਿਤਮਈ ਸ਼ਬਦ ਸਾਨੂੰ ਸਰਵਣ ਕਰਾਇਆ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਆਓ ਜੋ ਸਾਡਾ ਪਹਿਲਾ ਸੈਸ਼ਨ ਹੈ ਅੱਜ, ਉਹ ਭਾਈ ਸਾਹਿਬ ਜੀ ਭਾਈ ਹਰਪ੍ਰੀਤ ਸਿੰਘ ਜੀ ਜੰਡਿਆਲਾ ਗੁਰੂ ਤੋਂ, ਜੋ SGPC ਦੇ ਪ੍ਰਚਾਰਕ ਹਨ, ਸੇਵਾ ਨਿਭਾ ਰਹੇ ਹਨ, ਪਟਿਆਲਾ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਪ੍ਰਚਾਰਕ ਹਨ। ਅੱਜ ਅਸੀਂ ਧੰਨਭਾਗੀ ਹਾਂ ਜਿਨ੍ਹਾਂ ਨੂੰ ਇਹੋ ਜਿਹੇ ਪਵਿੱਤਰ ਅਸਥਾਨ ਦੇ ਪ੍ਰਚਾਰਕ ਸਾਨੂੰ ਘਰ ਬੈਠਿਆਂ ਨੂੰ, ਜਿਨ੍ਹਾਂ ਦੇ ਦਰਸ਼ਨ ਹੋ ਰਹੇ ਨੇ, ਜੇ ਉਹ ਸਾਨੂੰ ਗੁਰੂ ਸਾਹਿਬ ਦਾ ਇਤਿਹਾਸ ਸੁਣਾਉਣਗੇ, ਅਸੀਂ ਘਰ ਬੈਠੇ ਕਿੰਨਾ ਲਾਹਾ ਲੈ ਰਹੇ ਹਾਂ। ਸੋ ਭਾਈ ਸਾਹਿਬ ਨੂੰ ਅਸੀਂ ਜੀਓ ਆਇਆਂ ਕਹਿੰਦੇ ਹਾਂ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ, ਭਾਈ ਸਾਹਿਬ ਜੀ ਭਾਈ ਜਸਵਿੰਦਰ ਸਿੰਘ ਜੀ ਖਾਲਸਾ UK ਵਾਲਿਆਂ ਵੱਲੋਂ ਤੇ ਸਾਰੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਜੀਓ ਆਇਆਂ ਕਿਹਾ ਜਾਂਦਾ ਹੈ ਜੀ। ਅੱਜ ਭਾਈ ਸਾਹਿਬ ਜੀ ਦਾ ਵਿਸ਼ਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਚੌਥੀ ਉਦਾਸੀ ਦੀ ਜੋ ਪ੍ਰੇਰਨਾ ਹੈ, ਉਸ ਦੇ ਵਿੱਚੋਂ ਭਾਈ ਸਾਹਿਬ ਸਾਨੂੰ ਇਤਿਹਾਸ ਸਰਵਣ ਕਰਵਾਉਣਗੇ। ਭਾਈ ਸਾਹਿਬ ਜੀ ਜੁੜ ਚੁੱਕੇ ਨੇ। ਆਓ ਇੱਕ ਵਾਰੀ ਹੋਰ ਜੀਓ ਆਇਆਂ ਕਹਿੰਦੇ ਹਾਂ ਤੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ? ਬਹੁਤ ਵਧੀਆ ਆ ਰਹੀ ਹੈ ਜੀ, ਬਹੁਤ ਵਧੀਆ। ਕਰੀਏ ਜੀ ਸ਼ੁਰੂ? ਹਾਂਜੀ ਠੀਕ ਹੈ ਜੀ। ਸਾਰਿਆਂ ਨੇ ਬੜੇ ਪਿਆਰ ਦੇ ਨਾਲ, ਬੜੇ ਧਿਆਨ ਦੇ ਨਾਲ, ਬੜੀ ਇਕਾਗਰਤਾ ਦੇ ਨਾਲ ਸਰਵਣ ਕਰਨਾ ਹੈ। ਠੀਕ ਹੈ ਜੀ। ਕਿਉਂਕਿ ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕਰੀਏ ਜੀ ਸ਼ੁਰੂ ਆਪਾਂ? ਹੈਲੋ ਹੈਲੋ, ਹਾਂਜੀ ਵੀਰ ਜੀ, ਹਾਂਜੀ ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ? ਜੀ ਵੀਰ ਜੀ, ਆ ਰਹੀ ਹੈ ਜੀ। ਹਾਂਜੀ ਹਾਂਜੀ, ਓਕੇ। ਜ਼ੂਮ ਐਪ ਦੁਆਰਾ ਆਨਲਾਈਨ ਗੁਰਮਤ ਕੈਂਪ ਲਾ ਰਹੇ ਮੇਰੇ ਸਮੂਹ ਅਜ਼ੀਜ਼ ਹਾਜ਼ਰੀਨ, ਸਭ ਤੋਂ ਪਹਿਲਾਂ
ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ ਤੇ ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਦਾਸ ਨੂੰ ਵਿਸ਼ਾ ਦਿੱਤਾ ਗਿਆ ਹੈ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚੌਥੀ ਉਦਾਸੀ ਤੋਂ ਸਾਨੂੰ ਕੀ ਪ੍ਰੇਰਨਾ ਮਿਲਦੀ ਹੈ। ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ? ਹਾਂਜੀ, ਬਹੁਤ ਵਧੀਆ ਆ ਰਹੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚੌਥੀ ਉਦਾਸੀ ਤੋਂ ਸਾਨੂੰ ਕੀ ਪ੍ਰੇਰਨਾ ਮਿਲਦੀ ਹੈ। ਮੈਂ ਬੇਨਤੀ ਕਰਾਂ, ਪਹਿਲਾਂ ਦਾਸ ਨੇ ਇੱਕ ਦੋ ਬੇਨਤੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਸਤਤ ਬਾਰੇ ਕਰਨੀਆਂ ਨੇ, ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਚੌਥੀ ਉਦਾਸੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ, ਕੀ ਸਿੱਖਿਆਵਾਂ ਮਿਲਦੀਆਂ ਨੇ, ਕੀ ਪ੍ਰੇਰਨਾ ਮਿਲਦੀ ਹੈ, ਇਹ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਇੱਕ ਮੁਸਲਮਾਨ ਹੋਇਆ ਜੋਗੀ ਅੱਲਾ ਯਾਰ ਖਾਂ। ਉਹਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਕਰਦਿਆਂ ਹੋਇਆਂ, ਉਹਨਾਂ ਦੀ ਵਡਿਆਈ ਕਰਦਿਆਂ ਹੋਇਆਂ ਬੜੇ ਪਿਆਰੇ ਬਚਨ ਕਹੇ ਨੇ। ਫਿਰ ਬੇਨਤੀ ਸੁਣਿਓ। ਇੱਕ ਮੁਸਲਮਾਨ ਹੋਇਆ ਜੋਗੀ ਅੱਲਾ ਯਾਰ ਖਾਂ, ਜਿਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਕਰਦਿਆਂ ਹੋਇਆਂ ਬੜੇ ਪਿਆਰੇ ਬਚਨ ਕਹੇ, ਬੜੇ ਸੋਹਣੇ ਬਚਨ ਕਹੇ। ਉਹ ਕਹਿੰਦਾ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਸ ਦੁਨੀਆ ਤੇ ਬੜੇ ਪੈਗੰਬਰ ਆਏ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਸ ਦੁਨੀਆ ਤੇ ਬੜੇ ਧਰਮਾਤਮਾ ਆਏ, ਬੜੇ ਔਲੀਏ ਆਏ, ਪਰ ਜਿੰਨੇ ਵੀ ਪੈਗੰਬਰ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਆਏ ਨੇ, ਉਹਨਾਂ ਨੂੰ ਕੇਵਲ ਤੇ ਕੇਵਲ ਉਹਨਾਂ ਦੇ ਧਰਮ ਦੇ ਲੋਕ ਯਾਦ ਕਰਦੇ ਨੇ। ਇੱਕ ਬਾਬਾ ਨਾਨਕ ਹੈ ਜਿਹਨੂੰ ਪੂਰੀ ਦੁਨੀਆ ਯਾਦ ਕਰਦੀ ਹੈ, ਜਿਹਨੂੰ ਪੂਰਾ ਸੰਸਾਰ ਯਾਦ ਕਰਦਾ ਹੈ। ਉਹਦੇ ਬਚਨ ਆਪਾਂ ਪੜ੍ਹਦੇ ਹਾਂ। ਉਹ ਕਹਿੰਦਾ ਹੈ, ਜੂੰ ਤੋਂ ਹੋਏ ਹੈ ਬਹੁਤ ਸੇ ਰਹਿਨੁਮਾ ਇਸ ਜਹਾਂ में, जूं तो हुए हैं बहुत से रहनुमा इस जहां में, जूं तो हुए हैं बहुत से शहनशाह इस जहां में, नबी वली औलिये जिस जहां में, जिन्हें बेचता है खुद खुदा इस जहां में, फकत उनके पैरू उनको जानते हैं, मगर हे गुरु नानक तुझको सारे रब मानते हैं। कहता धन गुरु नानक देव सच्चे पातशाह महाराज नू पूरी दुनिया पूजदी है, पूरी दुनिया धन गुरु नानक देव महाराज नू रब मनदी है। आपां गुरु ग्रंथ साहब दी बाणी पढ़ीए। गुरु ग्रंथ साहब दी बाणी भी इस गल दी गवाही भरदी है, सुनी अरदास स्वामी मेरे सर्ब कला बाणे आई, प्रगट भई सगले जुग अंतर, गुर नानक की वडियाई। कहंदे कल्ले पंजाब दे विच नहीं, कल्ले हिंदुस्तान दे नहीं, हिंदुस्तान दे विच नहीं, बल्कि दुनिया दा कोई भी अजिहा देश नहीं, अजिहा खिता नहीं जिथे धन गुरु नानक साहब महाराज दी वडियाई नहीं हो रही, जिथे धन गुरु नानक साहब महाराज दे गुण नहीं गाए जा रहे। साध संगत, इसे करके भाई गुरदास जी कहते ने, गंग बनारस हिंदुआ, मुसलमाना मक्का काबा, घर घर बाबा गाविए, वजन ताल मृदंगर बाबा, भगत वशल होए आया, पतित उदाहरण अजब अजाबा, हुक्मै अंदर सब को कुदरत किस दी करे जवाबा, या हर पीर जगत गुर बाबा। गुरु नानक साहब पूरी दुनिया दे गुरु ने, गुरु नानक साहब पूरी दुनिया दे बाबे ने, धन गुरु नानक देव महाराज पूरी दुनिया दे पीर ने। बच्चिओ, आपां सारे जानदे हां, धन गुरु नानक देव सच्चे पातशाह महाराज ने सुल्तानपुर लोधी दी धरती तो उदासियां दी आरंभता कीती, उदासियां शुरू कीतियां, जिस दा जिक्र भाई गुरदास जी अपनी वार दे अंदर करदे ने। भाई गुरदास जी कहते ने, बाबा देखै ध्यान धर,
ਜਲਤੀ ਸਭ ਪ੍ਰਿਥਵੀ ਦਿਸਿਆਈ। ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। ਥੋੜਾ ਜਿਹਾ ਅਸੀਂ ਭਾਈ ਗੁਰਦਾਸ ਜੀ ਦੀ ਵਾਰ ਨੂੰ ਸਮਝਣ ਦਾ ਯਤਨ ਕਰੀਏ। ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਬਾ ਦੇਖੈ ਧਿਆਨ ਧਰ। ਗੁਰੂ ਨਾਨਕ ਦੇਵ ਮਹਾਰਾਜ ਨੇ ਬੜੇ ਧਿਆਨ ਦੇ ਨਾਲ ਇਸ ਸੰਸਾਰ ਨੂੰ ਦੇਖਿਆ, ਇਸ ਸੰਸਾਰ ਨੂੰ ਸਮਝਿਆ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਸਾਰਾ ਸੰਸਾਰ ਸੜ ਰਿਹਾ ਹੈ, ਸਾਰਾ ਸੰਸਾਰ ਜਿਹੜਾ ਹੈ ਉਹ ਸੜ ਰਿਹਾ ਹੈ। ਹੁਣ ਧਿਆਨ ਦੇਣਾ ਸਾਧ ਸੰਗਤ, ਸੜਨ ਦਾ ਮਤਲਬ ਇਹ ਨਹੀਂ ਕਿ ਸੰਸਾਰ ਨੂੰ ਅੱਗ ਲੱਗੀ ਹੋਈ ਹੈ। ਇੱਥੇ ਸੜਨ ਦਾ ਮਤਲਬ ਪਤਾ ਕੀ ਹੈ? ਕੋਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਸੜ ਰਿਹਾ ਹੈ, ਕੋਈ ਵਿਸ਼ੇ ਵਿਕਾਰਾਂ ਦੇ ਵਿੱਚ ਸੜ ਰਿਹਾ ਹੈ, ਤੇ ਕੋਈ ਕਰਮ ਕਾਂਡਾਂ ਦੇ ਵਿੱਚ ਫਸਿਆ ਹੋਇਆ ਹੈ। ਭਾਵ ਇਸ ਸੰਸਾਰ ਦੀ ਹਾਲਤ ਬੜੀ ਮਾੜੀ ਹੈ। ਕੋਈ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੈ, ਕੋਈ ਕਰਮ ਕਾਂਡਾਂ ਦੇ ਵਿੱਚ ਫਸਿਆ ਹੈ। ਬਹੁਤ ਬੁਰੀ ਹਾਲਤ ਹੈ ਇਸ ਸੰਸਾਰ ਦੀ, ਬਹੁਤ ਬੁਰੀ ਹਾਲਤ ਹੈ ਇਸ ਸਮਾਜ ਦੀ। ਅੱਗੇ ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਬੁਰੀ ਹਾਲਤ ਕਿਉਂ ਹੈ ਸੰਸਾਰ ਦੀ? ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ। ਕਿਉਂਕਿ ਲੋਕ ਗੁਰੂ ਤੋਂ ਹੀਣੇ ਨੇ, ਲੋਕਾਂ ਨੇ ਕੋਈ ਗੁਰੂ ਧਾਰਨ ਨਹੀਂ ਕੀਤਾ। ਉਸ ਸਮੇਂ ਕੋਈ ਸੱਚਾ ਸੁੱਚਾ ਗੁਰੂ ਨਹੀਂ ਸੀ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਬਾਣੀ 'ਚ ਬਚਨ ਆਉਂਦੇ, ਮਹਾਰਾਜ ਕਹਿੰਦੇ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਹਜ਼ਾਰਾਂ ਸੂਰਜ ਚੜ ਜਾਣ, ਸੱਚ ਜਾਣਿਓ ਗੁਰੂ ਤੋਂ ਬਿਨਾ ਤਾਂ ਵੀ ਇਸ ਸੰਸਾਰ ਦੇ ਵਿੱਚ ਹਨੇਰਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੇ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ ਨੇਹ ਕੀਓ, ਤੇ ਅਕਿਆਥ ਸੰਸਾਰ ਮੈਂ। ਸਿਆਣੇ ਕਹਿੰਦੇ ਨੇ, ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ। ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਸਾਡਾ ਗੁਰੂ ਕੌਣ ਹੈ? ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਗੁਰੂ ਨੇ ਹੀ ਸਾਨੂੰ ਜੀਵਨ ਜਿਉਣ ਦਾ ਢੰਗ ਤਰੀਕਾ ਦੱਸਣਾ ਹੈ। ਗੁਰੂ ਨੇ ਹੀ ਸਾਨੂੰ ਦੱਸਣਾ ਹੈ ਕਿ ਜ਼ਿੰਦਗੀ ਜਿਹੜੀ ਹੈ ਉਹਨੂੰ ਕਿੱਦਾਂ ਜਿਉਣਾ ਹੈ। ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ। ਹੈ ਕਾਰ ਮੱਚੀ ਹੋਈ ਹੈ, ਹਾਹਾਕਾਰ ਮੱਚੀ ਹੋਈ ਹੈ ਇਸ ਸੰਸਾਰ ਦੇ ਵਿੱਚ। ਤੇ ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨੇ ਨੂੰ ਲਿਆ। ਹਾਹਾਕਾਰ ਸੰਸਾਰ ਦੇ ਵਿੱਚ ਮੱਚੀ ਹੋਈ ਹੈ, ਲੋਕ ਬੜੇ ਦੁਖੀ ਨੇ। ਕਰਮ ਕਾਂਡਾਂ, ਵਹਿਮਾਂ ਭਰਮਾਂ, ਪਖੰਡਾਂ ਦੇ ਵਿੱਚ ਲੋਕ ਫਸੇ ਹੋਏ ਨੇ। ਇਹਨਾਂ ਲੋਕਾਂ ਨੂੰ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਨ ਵਾਸਤੇ, ਇਹਨਾਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ, ਇਹਨਾਂ ਲੋਕਾਂ ਨੂੰ ਵਹਿਮਾਂ ਭਰਮਾਂ ਪਖੰਡਾਂ ਤੋਂ ਬਚਾ ਕੇ ਇੱਕ ਨਿਰੰਕਾਰ ਦੀ ਭਗਤੀ ਚਲਾਉਣ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਦਾਸੀਆਂ ਪ੍ਰਾਰੰਭ ਕੀਤੀਆਂ। ਹੁਣ ਧਿਆਨ ਦੇਣਾ ਬੱਚਿਓ, ਪਹਿਲੀ ਉਦਾਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀ ਇਸਲਾਮਿਕ, ਮਾਫ ਕਰਨਾ, ਹਿੰਦੂ ਤੀਰਥਾਂ ਵੱਲ। ਜਿਹੜੀ ਪਹਿਲੀ ਉਦਾਸੀ ਗੁਰੂ ਨਾਨਕ ਸਾਹਿਬ ਨੇ ਕੀਤੀ ਉਹ ਹਿੰਦੂ ਤੀਰਥਾਂ ਵੱਲ ਕੀਤੀ। ਦੂਸਰੀ ਉਦਾਸੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਮੇਰ ਪਰਬਤ ਤੇ ਗਏ, ਜਦੋਂ ਮਹਾਰਾਜ ਦੀ ਸਿੱਧਾ ਦੇ ਨਾਲ ਚਰਚਾ ਹੋਈ। ਤੇ ਜਿਹੜੀ ਤੀਸਰੀ ਉਦਾਸੀ ਹੈ ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇਸਲਾਮਿਕ ਸਟੇਟ ਵੱਲ ਕੀਤੀ। ਜਿੱਦਾਂ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਗਏ। ਵੇਖੋ, ਮੈਂ ਬੇਨਤੀ ਕਰਾਂ, ਜਿਹੜਾ ਮੱਕਾ ਹੈ ਨਾ, ਮੱਕਾ ਮੁਸਲਮਾਨਾਂ ਦਾ ਧਾਰਮਿਕ ਅਸਥਾਨ ਹੈ। ਜਿੱਦਾਂ ਸਾਡਾ ਧਾਰਮਿਕ ਅਸਥਾਨ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ, ਏਦਾਂ ਮੱਕਾ ਮੁਸਲਮਾਨਾਂ ਦਾ ਧਾਰਮਿਕ ਅਸਥਾਨ ਹੈ। ਬੱਚਿਓ, ਮੱਕੇ ਦੇ ਵਿੱਚ ਕੇਵਲ ਤੇ ਕੇਵਲ ਮੁਸਲਮਾਨ ਜਾ ਸਕਦਾ ਹੈ, ਗੈਰ ਮੁਸਲਿਮ ਮੱਕੇ ਦੇ ਵਿੱਚ ਨਹੀਂ ਜਾ ਸਕਦਾ। ਤੇ ਜੇ ਮੱਕੇ ਦੇ ਅੰਦਰ ਇਤਿਹਾਸ ਦੇ ਵਿੱਚ ਕੋਈ ਗਿਆ ਹੈ ਤੇ ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਗਏ ਨੇ। ਮੱਕੇ ਦੀ ਧਰਤੀ ਤੇ ਗਏ, ਬਗਦਾਦ ਦੀ ਧਰਤੀ ਤੇ ਗਏ। ਤੀਸਰੀ ਉਦਾਸੀ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸਲਾਮਿਕ ਸਟੇਟਾਂ ਵੱਲ, ਤੁਰਕੀ ਤੱਕ, ਈਰਾਨ, ਇਰਾਕ ਤੱਕ ਧੰਨ ਗੁਰੂ ਨਾਨਕ ਸਾਹਿਬ ਗਏ।
ਤੇ ਜਿਹੜੀ ਚੌਥੀ ਉਦਾਸੀ ਹੈ ਨਾ, ਚੌਥੀ ਉਦਾਸੀ, ਜਿਹੜੇ ਸਾਡੇ ਵਿਦਵਾਨ ਨੇ, ਜਿਹੜੇ ਸਾਡੀ ਕੌਮ ਦੇ ਵਿਦਵਾਨ ਨੇ, ਉਹਨਾਂ ਨੇ ਚੌਥੀ ਉਦਾਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਮੰਨੀ ਹੈ ਨਾ, ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ 3 ਉਦਾਸੀਆਂ ਕਰਕੇ ਕਰਤਾਰਪੁਰ ਦੀ ਧਰਤੀ ਤੇ ਆ ਗਏ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਜਿਹੜੀ ਚੌਥੀ ਉਦਾਸੀ ਸਾਡੇ ਵਿਦਵਾਨ ਜਨ ਮੰਨਦੇ ਨੇ, ਉਹ ਇਹ ਮੰਨਦੇ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆਏ ਤੇ ਇੱਥੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਦਾਸਪੁਰ, ਲਾਹੌਰ, ਮਿੰਟ ਗੁਮਰੀ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਇੱਥੇ ਲਾਗੇ ਲਾਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ। ਮਹਾਰਾਜ ਅਚਲ ਬਟਾਲੇ ਗਏ, ਸਤਿਗੁਰੂ ਪਾਤਸ਼ਾਹ ਜੀ ਮੁਲਤਾਨ ਦੀ ਧਰਤੀ ਤੇ ਗਏ, ਸਿਆਲਕੋਟ ਗਏ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਚੌਥੀ ਉਦਾਸੀ ਹੈ, ਜਿਹੜੇ ਮਹਾਰਾਜ ਨੇ ਪ੍ਰਚਾਰਕ ਫੇਰੀਆਂ ਲਾਈਆਂ, ਲਾਗੇ ਲਾਗੇ ਸਤਿਗੁਰੂ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ। ਹੁਣ ਧਿਆਨ ਦੇਣਾ ਬੱਚਿਓ, ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆਏ ਤੇ ਮਹਾਰਾਜ ਨੇ 3 ਸਿਧਾਂਤ ਸਾਨੂੰ ਦਿੱਤੇ, 3 ਸਿਧਾਂਤ। ਇਹ 3 ਸਿਧਾਂਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ 3 ਉਦਾਸੀਆਂ ਦੇ ਵਿੱਚ ਪ੍ਰਚਾਰੇ। ਪਹਿਲੀ ਉਦਾਸੀ ਦੇ ਵਿੱਚ ਵੀ ਇਹ 3 ਸਿਧਾਂਤ ਪ੍ਰਚਾਰੇ, ਦੂਸਰੀ ਉਦਾਸੀ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ 3 ਸਿਧਾਂਤ ਪ੍ਰਚਾਰੇ, ਤੇ ਜਿਹੜੀ ਮਹਾਰਾਜ ਨੇ ਤੀਸਰੀ ਉਦਾਸੀ ਕੀਤੀ, ਉਹਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਨੇ ਇਹ 3 ਸਿਧਾਂਤ ਪ੍ਰਚਾਰੇ। ਇਹ 3 ਸਿਧਾਂਤ ਕਿਹੜੇ ਨੇ? ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਮੈਂ ਥੋੜੀ ਜੀ ਬੇਨਤੀ ਇੱਥੇ ਕਰਕੇ ਤੇ ਚੌਥੀ ਉਦਾਸੀ, ਜਿਹੜੀ ਸਾਨੂੰ ਚੌਥੀ ਉਦਾਸੀ ਤੋਂ ਪ੍ਰੇਰਣਾ ਮਿਲਦੀ ਏ, ਉਹ ਵਿਚਾਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਇਹ ਜਿਹੜੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸਤਿਗੁਰੂ ਪਾਤਸ਼ਾਹ ਨੇ ਇਹਨੂੰ ਕਰਤਾਰਪੁਰ ਦੀ ਧਰਤੀ ਤੇ ਪ੍ਰੈਕਟੀਕਲ ਜੀਵਿਆ, ਪ੍ਰੈਕਟੀਕਲ ਤੌਰ ਤੇ ਅਪਣਾਇਆ। ਇਹ ਵੀ ਚੌਥੀ ਉਦਾਸੀ ਦੇ ਵਿੱਚ ਹੀ ਆਉਂਦਾ ਹੈ। ਹੁਣ ਵੇਖੋ ਬੱਚਿਓ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ 3 ਸਿਧਾਂਤ ਦਿੱਤੇ। ਸਭ ਤੋਂ ਪਹਿਲੇ ਨੰਬਰ ਤੇ ਕਿਰਤ ਕਰਨੀ, ਦੂਸਰੇ ਨੰਬਰ ਤੇ ਪ੍ਰਮਾਤਮਾ ਦਾ ਨਾਮ ਜਪਣਾ, ਤੇ ਤੀਸਰੇ ਨੰਬਰ ਤੇ ਵੰਡ ਕੇ ਛਕਣਾ। ਹੁਣ ਧਿਆਨ ਦੇਣਾ, ਜੇ ਬੰਦਾ ਕੱਲੀ ਕਿਰਤ ਕਰਦਾ ਹੈ ਨਾ, ਕੱਲੀ ਕਿਰਤ ਕਰਦਾ ਹੈ, ਉਹ ਰੱਬ ਦੀ ਭਗਤੀ ਨਹੀਂ ਕਰਦਾ, ਪ੍ਰਮਾਤਮਾ ਦੀ ਭਗਤੀ ਨਹੀਂ ਕਰਦਾ, ਉਹ ਵੀ ਬੰਦਾ ਰੱਬ ਨੂੰ ਪ੍ਰਵਾਨ ਨਹੀਂ। ਜਿਹੜਾ ਬੰਦਾ ਨਾਮ ਜਪਦਾ ਹੈ ਪਰ ਕਿਰਤ ਨਹੀਂ ਕਰਦਾ, ਉਹ ਵੀ ਬੰਦਾ ਪ੍ਰਮਾਤਮਾ ਨੂੰ ਪ੍ਰਵਾਨ ਨਹੀਂ। ਰੱਬ ਨੂੰ, ਗੁਰੂ ਨੂੰ ਉਹੀ ਬੰਦਾ ਪ੍ਰਵਾਨ ਆ, ਉਹੀ ਸਿੱਖ ਪ੍ਰਵਾਨ ਆ ਜਿਹਦੇ ਕੋਲ ਇਹ 3 ਸਿਧਾਂਤ ਨੇ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਅਸੀਂ ਕਿਰਤ ਵੀ ਕਰਨੀ ਹੈ, ਸੱਚੀ ਸੁੱਚੀ ਕਿਰਤ ਕਰਨੀ ਹੈ, ਨਾਮ ਵੀ ਜਪਣਾ, ਭਾਵ ਰੱਬ ਦੀ ਭਗਤੀ ਵੀ ਕਰਨੀ ਹੈ, ਤੇ ਵੰਡ ਕੇ ਵੀ ਛਕਣਾ ਹੈ। ਜੋ ਕੁਝ ਸਾਡੇ ਕੋਲ ਹੈ ਉਹਨੂੰ ਅਸੀਂ ਵੰਡ ਕੇ ਛਕਣਾ ਹੈ। ਜੇ ਆਪਾਂ ਕਿਰਤ ਕਰੋ ਦੀ ਗੱਲ ਕਰੀਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਬਾਣੀ ਦੇ ਵਿੱਚ ਵੀ ਕਹਿੰਦੇ ਨੇ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਮੇਰੇ ਸਿੱਖ ਨੇ ਸੱਚੀ ਸੁੱਚੀ ਸਾਫ ਸੁਥਰੀ ਕਿਰਤ ਕਰਨੀ ਹੈ। ਜੇ ਸਿੱਖ ਸੱਚੀ ਸੁੱਚੀ ਸਾਫ ਸੁਥਰੀ ਕਿਰਤ ਕਰੇਗਾ, ਸੋਹਣਾ ਕੰਮ ਕਰੇਗਾ, ਤੇ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਪ੍ਰਮਾਤਮਾ ਦੀਆਂ ਖੁਸ਼ੀਆਂ ਮਿਲਣਗੀਆਂ। ਦੂਸਰੇ ਨੰਬਰ ਤੇ ਨਾਮ ਜਪਣ ਦੀ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ। ਇਸ ਸੰਸਾਰ ਦੇ ਵਿੱਚ ਅਸੀਂ ਪ੍ਰਮਾਤਮਾ ਦਾ ਨਾਮ ਜਪਣ ਆਏ ਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਵੰਡ ਛਕਣ ਦੀ ਗੱਲ ਕਰੀਏ ਤੇ ਉਹ ਵੀ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਖਾਵੇਂ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਚੌਥੀ ਉਦਾਸੀ ਤੋਂ ਪਹਿਲੀ ਪ੍ਰੇਰਨਾ ਸਾਨੂੰ ਇਹ ਮਿਲਦੀ ਏ। ਵੇਖੋ ਬੱਚਿਓ, ਅਸੀਂ ਅੱਜ ਦੂਜਿਆਂ ਨੂੰ ਸਿੱਖਿਆ ਦਿੰਦੇ ਆ, ਪਰ ਅਸੀਂ ਆਪ ਉਸ ਸਿੱਖਿਆ ਤੇ ਨਹੀਂ ਚੱਲਦੇ। ਜਿਹਨੂੰ ਬਾਬਾ ਜੀ ਨੇ ਕਿਹਾ, ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਪਰ ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ, ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਤੇ ਸੱਚ ਜਾਣਿਓ ਬੱਚਿਓ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਤ ਵੀ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਮਾਤਮਾ ਦਾ ਨਾਮ ਵੀ ਜਪਿਆ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੰਡ ਕੇ ਵੀ ਛਕਿਆ। ਜਿਹੜਾ ਵੀ ਕੋਈ ਗਰੀਬ, ਕੋਈ ਲੋੜਵੰਦ ਗੁਰੂ ਨਾਨਕ ਸਾਹਿਬ ਦੇ ਕੋਲ ਆਉਂਦਾ ਸੀ, ਸਤਿਗੁਰੂ ਪਾਤਸ਼ਾਹ ਉਹਦੀਆਂ ਝੋਲੀਆਂ ਭਰਦੇ ਸਨ। ਅਗਲੀ ਬੇਨਤੀ, ਕਰਤਾਰਪੁਰ ਸਾਹਿਬ ਦੀ ਧਰਤੀ ਤੋਂ
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਭ ਤੋਂ ਪਹਿਲਾਂ ਅਚਲ ਬਟਾਲੇ ਦੀ ਧਰਤੀ ਤੇ ਗਏ, ਜਿਹਨੂੰ ਅਸੀਂ ਬਟਾਲਾ ਵੀ ਕਹਿੰਦੇ ਹਾਂ, ਅਚਲ ਬਟਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਚੌਥੀ ਉਦਾਸੀ ਹੈ। ਲਾਗੇ ਲਾਗੇ ਸਤਿਗੁਰੂ ਪਾਤਸ਼ਾਹ ਨੇ ਕਰਤਾਰਪੁਰ ਦੇ ਪ੍ਰਚਾਰ ਕੀਤਾ, ਜਿਹਨੂੰ ਅਸੀਂ ਚੌਥੀ ਉਦਾਸੀ ਕਹਿੰਦੇ। ਹੁਣ ਬੱਚਿਓ ਧਿਆਨ ਦੇਣਾ, ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਤੋਂ ਚੱਲ ਕੇ ਭਾਈ ਮਰਦਾਨਾ ਜੀ ਨਾਲ ਨੇ ਤੇ ਸਭ ਤੋਂ ਪਹਿਲਾਂ ਕਿੱਥੇ ਪਹੁੰਚੇ? ਅਚਲ ਬਟਾਲੇ ਦੀ ਧਰਤੀ ਤੇ। ਇਹ ਜਿਹੜਾ ਅਚਲ ਬਟਾਲਾ ਹੈ ਨਾ, ਇਹ ਬਟਾਲੇ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ। ਇੱਥੇ ਸ਼ਿਵ ਜੀ ਦਾ ਅਸਥਾਨ ਹੈ। ਮੈਂ ਬੇਨਤੀ ਕਰਾਂ, ਸਾਡੀ ਦੇਵੀ ਦੇਵਤਿਆਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਪਾਤਸ਼ਾਹ ਕਹਿੰਦੇ ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ, ਪਾਹਨ ਨੀਰ ਪਖਾਲੀਏ ਭਾਈ, ਜਲ ਮੈਂ ਬੂਢੇ ਤੇ। ਪਾਤਸ਼ਾਹ ਕਹਿੰਦੇ ਦੇਵੀ ਦੇਵਾ ਪੂਜੈ ਡੋਲੇ ਪਾਰ ਬ੍ਰਹਮ ਨਹੀਂ ਜਾਣੇ। ਮਹਾਰਾਜ ਕਹਿੰਦੇ ਜਿੰਨੀ ਮਰਜ਼ੀ ਦੇਵੀ ਦੇਵਤਿਆਂ ਦੀ ਸੇਵਾ ਕਰੀ ਜਾ, ਇਹਨਾਂ ਦੀ ਸੇਵਾ ਕਰਕੇ ਤੈਨੂੰ ਰੱਬ ਦੀਆਂ ਪ੍ਰਮਾਤਮਾ ਦੀਆਂ ਖੁਸ਼ੀਆਂ ਨਹੀਂ ਮਿਲਦੀਆਂ, ਵਾਹਿਗੁਰੂ ਦੀਆਂ ਖੁਸ਼ੀਆਂ ਨਹੀਂ ਮਿਲਦੀਆਂ। ਹੁਣ ਧਿਆਨ ਦੇਣਾ ਬੱਚਿਓ, ਇੱਥੇ ਸ਼ਿਵ ਜੀ ਦਾ ਅਸਥਾਨ ਬਣਿਆ ਹੋਇਆ ਹੈ ਤੇ ਸ਼ਿਵਰਾਤਰੀ ਦਾ ਮੇਲਾ ਇੱਥੇ ਬਹੁਤ ਵੱਡੇ ਪੱਧਰ ਤੇ ਭਰਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਚਲ ਬਟਾਲੇ ਦੀ ਧਰਤੀ ਤੇ ਗਏ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਅਚਲ ਬਟਾਲੇ ਦੀ ਧਰਤੀ ਤੇ ਗਏ ਨਾ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਭਈ ਲੁਕਾਈ, ਲੱਗੀ ਬਰਸਨ ਲక్ష్ਮੀ ਰਿੱਧ ਸਿੱਧ ਨੌ ਨਿੱਧ ਸਵਾਈ। ਜਦੋਂ ਗੁਰੂ ਨਾਨਕ ਸਾਹਿਬ ਅਚਲ ਬਟਾਲੇ ਦੀ ਧਰਤੀ ਤੇ ਗਏ, ਸ਼ਿਵਰਾਤਰੀ ਦਾ ਮੇਲਾ ਭਰਿਆ ਹੋਇਆ, ਬਹੁਤ ਲੋਕਾਂ ਦਾ ਬਹੁਤ ਵੱਡਾ ਇਕੱਠ ਹੈ ਉੱਥੇ। ਹੁਣ ਬੱਚਿਓ ਧਿਆਨ ਦੇਣਾ, ਜਦੋਂ ਗੁਰੂ ਨਾਨਕ ਸਾਹਿਬ ਉੱਥੇ ਗਏ ਨਾ, ਤੇ ਜਿਹੜੇ ਲੋਕ ਸੀ, ਜਦੋਂ ਉਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇਖਿਆ, ਪਾਤਸ਼ਾਹ ਦੇ ਦਰਸ਼ਨ ਕੀਤੇ, ਤੇ ਸਾਰੇ ਲੋਕ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਗਏ। ਹੁਣ ਜਿਹੜਾ ਅਚਲ ਬਟਾਲਾ ਹੈ ਨਾ, ਇਹ ਜੋਗੀਆਂ ਤੇ ਸਿੱਧਾਂ ਦਾ ਗੜ ਹੈ। ਜਦੋਂ ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਗਏ ਤੇ ਜੋਗੀਆਂ ਤੇ ਸਿੱਧਾਂ ਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ। ਜੋਗੀਆਂ ਤੇ ਸਿੱਧਾਂ ਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਹਿੰਦੇ ਨੇ, ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਕਨੇਰੀ ਖਾਈ। ਜੋਗੀਆਂ ਨੂੰ ਬੜਾ ਗੁੱਸਾ ਆਇਆ ਕਿ ਆ ਜਿੰਨੇ ਲੋਕ ਨੇ ਇਹ ਤੇ ਸਾਰੇ ਸਾਡੇ ਸ਼ਰਧਾਲੂ ਸੀ, ਇਹ ਤੇ ਸਾਰੇ ਸਾਡੇ ਸੇਵਕ ਸੀ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇ ਕੇ, ਭਾਈ ਮਰਦਾਨੇ ਨੂੰ ਦੇ ਕੇ ਇਹ ਸਾਰੇ ਉਧਰ ਦੌੜ ਗਏ। ਹੁਣ ਬੱਚਿਓ ਜਦੋਂ ਸਾਰੀ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਚਲੀ ਗਈ ਤੇ ਉਸ ਸਮੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਇੱਕ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਇਹ ਗੱਲ ਜੋਗੀਆਂ ਨੂੰ ਚੰਗੀ ਨਹੀਂ ਲੱਗੀ, ਸਿੱਧਾਂ ਨੂੰ ਚੰਗੀ ਨਹੀਂ ਲੱਗੀ, ਕਿਉਂਕਿ ਉਹ ਤੇ ਚਾਹੁੰਦੇ ਸੀ ਇਹ ਲੋਕ ਸਾਡੇ ਨਾਲ ਜੁੜੇ ਰਹਿਣ, ਇਹ ਲੋਕ ਸਾਡੇ ਪੈਰਾਂ ਵਿੱਚ ਰਹਿਣ, ਇਹ ਲੋਕ ਸਾਡੇ ਅੱਗੇ ਮੱਥਾ ਟੇਕਣ। ਪਰ ਗੁਰੂ ਨਾਨਕ ਸਾਹਿਬ ਇੱਕ ਰੱਬ ਨਾਲ ਜੋੜ ਰਹੇ ਨੇ, ਇੱਕ ਪ੍ਰਮਾਤਮਾ ਦੇ ਨਾਲ ਜੋੜ ਰਹੇ ਨੇ, ਜਿਹਦੇ ਬਾਰੇ ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤੇ ਸਦਾ ਚਾਨਣ, ਸਭ ਮੈਂ ਚਾਨਣ ਹੋਏ। ਉਹ ਰੱਬ, ਉਹ ਪ੍ਰਮਾਤਮਾ ਜਿਹੜਾ ਸਾਰਿਆਂ 'ਚ ਵਸਿਆ ਹੈ, ਜਿਹਦੇ ਬਾਰੇ ਮਹਾਰਾਜ ਕਹਿੰਦੇ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਹੁਣ ਇਸ ਗੱਲ ਦਾ ਜੋਗੀਆਂ ਤੇ ਸਿੱਧਾਂ ਨੂੰ ਬੜਾ ਗੁੱਸਾ ਆਇਆ। ਉਹਨਾਂ ਨੇ ਮਨ ਦੇ ਵਿੱਚ ਬੜੀ ਈਰਖਾ ਕੀਤੀ, ਬੜਾ ਸਾੜਾ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਕੁਝ ਲੋਕ ਏਦਾਂ ਦੇ ਸੀ ਜਿਹੜੇ ਮੇਲੇ ਦੇ ਵਿੱਚ ਕਰਤੱਵ ਦਿਖਾ ਰਹੇ ਸੀ, ਭਾਵ ਉਹ ਮੇਲੇ ਦੇ ਵਿੱਚ ਆ ਕੇ ਲੋਕਾਂ ਦਾ ਜਿਹੜਾ ਸੀ ਉਹ ਮਨੋਰੰਜਨ ਕਰ ਰਹੇ ਸੀ, ਕੁਝ ਏਦਾਂ ਦੀਆਂ ਕਲਾ ਦਿਖਾ ਰਹੇ ਸੀ, ਤੇ ਲੋਕ ਉਹਨਾਂ ਦੇ ਮਨੋਰੰਜਨ ਦੇ ਕੇ, ਉਹਨਾਂ ਦੀ ਕਲਾ ਵੇਖ ਕੇ, ਉਹਨਾਂ ਦੇ ਕਰਤੱਵ ਵੇਖ ਕੇ, ਉਹਨਾਂ ਦੀ ਖੇਡ ਵੇਖ ਕੇ ਉਹਨਾਂ ਨੂੰ ਪੈਸੇ ਦਿੰਦੇ ਸੀ। ਜਿਨ੍ਹਾਂ ਲੋਟਿਆਂ ਦੇ ਵਿੱਚ ਲੋਕ ਪੈਸੇ ਦਿੰਦੇ ਸੀ, ਜਿਹੜੇ ਕਰਤੱਵ ਵਿਖਾਉਣ ਵਾਲੇ ਨੇ ਉਹਨਾਂ ਨੂੰ ਪੈਸੇ ਦਿੰਦੇ ਸੀ, ਉਹ ਲੋਟਾ ਇਹਨਾਂ ਜੋਗੀਆਂ ਨੇ ਲਗਾ ਲਿਆ, ਇਹਨਾਂ ਸਿੱਧਾਂ ਨੇ ਲਗਾ ਲਿਆ। ਉਹ ਜਿਹੜਾ ਬਾਟਾ ਸੀ ਨਾ ਪੈਸਿਆਂ ਵਾਲਾ, ਉਹ ਇਹਨਾਂ ਜੋਗੀਆਂ ਤੇ ਸਿੱਧਾਂ ਨੇ ਲਗਾ ਲਿਆ। ਇਹ ਸਾਰੇ ਲੋਕ ਜਿਹੜੇ ਨੇ ਇਹ ਸਾਡੇ ਵਾਲੇ ਪਾਸੇ ਨੂੰ ਆ ਜਾਣਗੇ। ਹੁਣ ਧਿਆਨ ਦੇਣਾ, ਉਹ ਜਿਹੜੇ ਕਰਤੱਵ ਦਿਖਾ ਰਹੇ ਸੀ ਨਾ, ਉਹ ਬੜੇ ਦੁਖੀ ਹੋਏ। ਉਹਨਾਂ ਨੇ ਦੇਖਿਆ ਅਸੀਂ ਸਵੇਰ ਦੇ ਕਰਤੱਵ ਦਿਖਾ ਰਹੇ ਹਾਂ, ਲੋਕਾਂ ਦਾ ਮਨੋਰੰਜਨ ਕਰ ਰਹੇ ਹਾਂ, ਲੋਕ ਸਾਨੂੰ ਰੁਪਈਆ 2-2 ਰੁਪਏ ਦੇ ਰਹੇ ਨੇ, ਤੇ ਸਾਡਾ ਬਾਟਾ ਇਹਨਾਂ ਜੋਗੀਆਂ ਤੇ ਸਿੱਧਾਂ ਨੇ ਲਗਾ ਲਿਆ। ਇਹਨਾਂ ਤਾਂ ਲਗਾਇਆ ਕਿ ਜਿਹੜੇ ਲੋਕ ਗੁਰੂ ਨਾਨਕ ਦੇ ਕੋਲ ਗਏ ਸੀ, ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ। ਹੁਣ ਧਿਆਨ ਦੇਣਾ,
ਜਦੋਂ ਉਹ ਜਿਹੜੇ ਰਾਸਧਾਰੀਏ ਸੀ, ਜਿਹੜੇ ਕਰਤੱਵ ਦਿਖਾਉਣ ਵਾਲੇ ਸੀ, ਉਹਨਾਂ ਨੇ ਜਾ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੱਸਣਾ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ, ਤੁਹਾਡੀ ਚੜ੍ਹਦੀ ਕਲਾ ਵੇਖ ਕੇ ਉਹਨਾਂ ਕੋਲੋਂ ਜਰੀ ਨਹੀਂ ਗਈ ਤੇ ਉਹਨਾਂ ਨੇ ਜਿਹੜਾ ਲੋਟਾ ਸੀ ਪੈਸਿਆਂ ਵਾਲਾ ਉਹ ਲੁਕਾ ਲਿਆ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਜਹਾਂ ਲੁਕਾਈ। ਅੱਗੇ ਭਾਈ ਗੁਰਦਾਸ ਜੀ ਕਹਿੰਦੇ, ਵੇਖ ਚਲਿੱਤਰ ਜੋਗੀ ਖੁਣਸਾਈ। ਹੁਣ ਉਹਨਾਂ ਨੇ ਤੇ ਗੁਰੂ ਨਾਨਕ ਸਾਹਿਬ ਦਾ ਉਹ ਜਿਹੜਾ ਰਾਸਧਾਰੀਆਂ ਦਾ ਬਾਟਾ ਸੀ ਉਹ ਲੁਕਾ ਲਿਆ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਬਾਟਾ ਲੱਭ ਲਿਆ ਤੇ ਉਹ ਉਹਨਾਂ ਰਾਸਧਾਰੀਆਂ ਨੂੰ ਵਾਪਸ ਕਰ ਦਿੱਤਾ। ਹੁਣ ਸਾਧ ਸੰਗਤ, ਇਹ ਤੋਂ ਪਹਿਲੀ ਸਿੱਖਿਆ ਇਹ ਲੈਣੀ ਚਾਹੀਦੀ ਏ ਵੀ ਅਸੀਂ ਕਦੀ ਵੀ ਮਨ ਦੇ ਵਿੱਚ ਕੋਈ ਈਰਖਾ ਨਹੀਂ ਕਰਨੀ, ਮਨ ਦੇ ਵਿੱਚ ਕੋਈ ਈਰਖਾ ਨਹੀਂ ਕਰਨੀ। ਅਸੀਂ ਕਿਸੇ ਤੋਂ ਸੜਨਾ ਨਹੀਂ, ਅਸੀਂ ਕਿਸੇ ਤੋਂ ਸੜਨਾ ਨਹੀਂ। ਬੱਚਿਓ ਵੇਖੋ, ਇੱਕ ਗੱਲ ਧਿਆਨ ਰੱਖੋ, ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਆ, ਜਦੋਂ ਸਾਡੇ ਤੋਂ ਕੋਈ ਅੱਗੇ ਲੰਘ ਜਾਂਦਾ ਹੈ ਨਾ, ਚਾਹੇ ਉਹ ਪੜ੍ਹਾਈ ਦੇ ਵਿੱਚ ਹੈ, ਚਾਹੇ ਉਹ ਗੇਮਾਂ ਦੇ ਵਿੱਚ ਹੈ, ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਹੈ, ਜਦੋਂ ਕੋਈ ਬੱਚਾ ਸਾਡੇ ਤੋਂ ਅੱਗੇ ਲੰਘ ਜਾਂਦਾ ਹੈ ਤੇ ਅਸੀਂ ਜੈਲਸੀ ਕਰਦੇ ਹਾਂ, ਸਾਡੇ ਅੰਦਰ ਸਾੜਾ ਆ ਜਾਂਦਾ ਹੈ, ਅਸੀਂ ਈਰਖਾ ਕਰਦੇ ਹਾਂ। ਪਰ ਬੱਚਿਓ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਕਦੀ ਵੀ ਅਸੀਂ ਜੈਲਸੀ ਨਹੀਂ ਕਰਨੀ, ਕਦੀ ਵੀ ਅਸੀਂ ਸੜਨਾ ਨਹੀਂ, ਕਦੀ ਵੀ ਅਸੀਂ ਈਰਖਾ ਨਹੀਂ ਕਰਨੀ। ਅਸੀਂ ਆਪਣੇ ਆਪ ਨੂੰ ਤਗੜਾ ਕਰਨਾ ਹੈ, ਮੈਂ ਇਹਦੇ ਨਾਲੋਂ ਵੀ ਅੱਗੇ ਵਧਾਂਗਾ, ਇਹ ਐਰਕੀ ਸੈਕਿੰਡ ਆਇਆ ਹੈ, ਮੈਂ ਇੰਨੀ ਮਿਹਨਤ ਕਰਾਂਗਾ, ਮੈਂ ਫਸਟ ਆਵਾਂਗਾ। ਬੱਚਿਓ ਅਸੀਂ ਸੋਚਣਾ ਹੈ, ਇਹ ਪੜ੍ਹ ਲਿਖ ਕੇ ਅਫਸਰ ਬਣਿਆ ਹੈ ਤੇ ਮੈਂ ਇਹਦੇ ਨਾਲੋਂ ਵੱਡਾ ਅਫਸਰ ਬਣਾਂਗਾ। ਅਸੀਂ ਮਿਹਨਤ ਕਰਨੀ ਹੈ, ਸਾਨੂੰ ਪਾਤਸ਼ਾਹ ਕਹਿੰਦੇ ਤੂੰ ਮਿਹਨਤ ਕਰ, ਕਿਰਤ ਕਰ, ਅੱਗੇ ਵੱਧ। ਤੇ ਅਸੀਂ ਕਿਸੇ ਤਰ੍ਹਾਂ ਵੀ, ਕਿਸੇ ਪ੍ਰਕਾਰ ਵੀ ਮਨ ਦੇ ਵਿੱਚ ਈਰਖਾ ਜਿਹੜੀ ਹੈ ਉਹ ਨਹੀਂ ਕਰਨੀ। ਹੁਣ ਧਿਆਨ ਦੇਣਾ, ਜਦੋਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਬਾਟਾ ਦੇ ਦਿੱਤਾ ਲੱਭ ਕੇ, ਤੇ ਜੋਗੀਆਂ ਤੇ ਸਿੱਧਾਂ ਨੂੰ ਬੜਾ ਗੁੱਸਾ ਆਇਆ। ਹੁਣ ਜੋਗੀ ਤੇ ਸਿੱਧ ਜਦੋਂ ਹਾਰ ਗਏ ਤੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਵਿਚਾਰ ਕਰਨੀ ਚਾਹੁੰਦੇ ਹਾਂ, ਅਸੀਂ ਤੁਹਾਡੇ ਨਾਲ ਗੋਸ਼ਟ ਕਰਨੀ ਚਾਹੁੰਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਤਿਆਰ ਬਰ ਤਿਆਰ ਆ। ਤੇ ਜਿਹੜਾ ਜੋਗੀ ਭੰਗਰਨਾਥ ਹੈ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ, ਸਤਿਗੁਰੂ ਪਾਤਸ਼ਾਹ ਜੀ, ਤੁਸੀਂ ਪਹਿਲਾਂ ਉਦਾਸੀਆਂ ਵਾਲਾ ਬਾਣਾ ਪਾਇਆ ਸੀ, ਹੁਣ ਤੁਸੀਂ ਉਦਾਸੀਆਂ ਵਾਲਾ ਬਾਣਾ ਲਾ ਕੇ ਤੇ ਗ੍ਰਸਤੀਆਂ ਵਾਲਾ ਬਾਣਾ ਪਾ ਲਿਆ। ਇਹ ਤੇ ਤੁਸੀਂ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ, ਦੁੱਧ ਦੇ ਵਿੱਚ ਖੱਟਾ ਪਦਾਰਥ ਪਾ ਦਿੱਤਾ। ਵੇਖੋ, ਦੁੱਧ ਦੇ ਵਿੱਚ ਅਸੀਂ ਕੋਈ ਕਾਂਜੀ ਜਾਂ ਕੋਈ ਖੱਟਾ ਪਦਾਰਥ ਪਾ ਦੇਵਾਂਗੇ ਤੇ ਦੁੱਧ ਖਰਾਬ ਹੋ ਜਾਂਦਾ ਹੈ। ਤੇ ਭੰਗਰਨਾਥ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ, ਤੁਸੀਂ ਪਹਿਲਾਂ ਉਦਾਸੀਆਂ ਵਾਲਾ ਬਾਣਾ ਪਾਇਆ, ਹੁਣ ਉਦਾਸੀਆਂ ਵਾਲਾ ਬਾਣਾ ਲਾ ਕੇ ਤੁਸੀਂ ਗ੍ਰਸਤੀਆਂ ਵਾਲਾ ਬਾਣਾ ਪਾਇਆ, ਤੁਸੀਂ ਏਦਾਂ ਕਰਕੇ ਦੁੱਧ ਵਿੱਚ ਕਾਂਜੀ ਪਾ ਦਿੱਤੀ, ਦੁੱਧ ਵਿੱਚ ਕਾਂਜੀ ਪਾ ਦਿੱਤੀ। ਹੁਣ ਸਾਧ ਸੰਗਤ, ਇੱਥੇ ਜਿਹੜਾ ਭੰਗਰਨਾਥ ਹੈ ਨਾ, ਉਹ ਗ੍ਰਸਤੀਆਂ ਨੂੰ ਮਾੜਾ ਕਹਿੰਦਾ ਪਿਆ ਹੈ, ਗ੍ਰਸਤੀਆਂ ਨੂੰ ਮਾੜਾ ਕਹਿੰਦਾ ਪਿਆ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨੂੰ ਸਮਝਾਉਂਦੇ ਨੇ, ਕੀ ਸਮਝਾਉਂਦੇ ਨੇ? ਨਾਨਕ ਆਖੇ ਭੰਗਰਨਾਥ, ਤੇਰੀ ਮਾਉ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓਨ, ਭਾਏ ਕੁਚੱਜੇ ਫੁੱਲ ਸੜਾਈ। ਹੋਏ ਅਤੀਤ ਗ੍ਰਿਸ਼ਤ ਤਜ, ਫਿਰ ਉਨਹੂ ਕੇ ਘਰ ਮੰਗਣ ਜਾਈ। ਬੱਚਿਓ, ਇਸ ਸੰਸਾਰ ਤੇ ਜਿਹੜੇ ਜੋਗੀ ਨੇ ਜਾਂ ਸਿੱਧ ਨੇ, ਜਿਹੜੇ ਉਦਾਸੀਨ ਨੇ, ਉਹ ਵਿਆਹ ਨਹੀਂ ਕਰਾਉਂਦੇ। ਉਹ ਗ੍ਰਿਸ਼ਤ ਨੂੰ, ਭਾਵ ਪਰਿਵਾਰ ਨੂੰ, ਬੜਾ ਮਾੜਾ ਸਮਝਦੇ ਨੇ। ਉਹ ਜੰਗਲਾਂ ਦੇ ਵਿੱਚ ਰਹਿੰਦੇ ਨੇ, ਪਹਾੜਾਂ ਦੇ ਵਿੱਚ ਰਹਿੰਦੇ ਨੇ। ਤੇ ਜਿਹੜੇ ਵਿਆਹ ਕਰਾਉਂਦੇ ਨੇ, ਜਿਹੜੇ ਗ੍ਰਿਸ਼ਤ ਧਰਮ ਧਾਰਨ ਕਰਦੇ ਨੇ, ਇਹ ਜੋਗੀ ਤੇ ਸਿੱਧ ਇਹਨਾਂ ਨੂੰ ਬੜਾ ਮਾੜਾ ਕਹਿੰਦੇ ਨੇ, ਮਾੜਾ ਗਿਣਦੇ ਨੇ। ਤੇ ਗੁਰੂ ਨਾਨਕ ਸਾਹਿਬ ਭੰਗਰਨਾਥ ਨੂੰ ਪਤਾ ਕੀ ਕਹਿੰਦੇ? ਗੁਰੂ ਨਾਨਕ ਸਾਹਿਬ ਕਹਿੰਦੇ, ਭੰਗਰਨਾਥ ਜੀ, ਇੱਕ ਪਾਸੇ ਤੇ ਤੁਸੀਂ ਗ੍ਰਿਸ਼ਤੀਆਂ ਨੂੰ ਮਾੜਾ ਕਹਿੰਦੇ ਹੋ, ਪਰਿਵਾਰ ਵਾਲਿਆਂ ਨੂੰ ਮਾੜਾ ਕਹਿੰਦੇ ਹੋ, ਪਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ, ਜਦੋਂ ਤੁਸੀਂ ਖਾਣਾ ਹੁੰਦਾ ਹੈ, ਤੇ ਤੁਸੀਂ ਲੋਟਾ ਫੜ ਕੇ, ਹੱਥ ਦੇ ਵਿੱਚ ਬਾਟਾ ਫੜ ਕੇ ਇਹਨਾਂ ਕਿਰਤੀਆਂ ਦੇ ਕੋਲੋਂ, ਇਹਨਾਂ ਗ੍ਰਸਤੀਆਂ ਦੇ ਕੋਲੋਂ ਮੰਗਣ ਵਾਸਤੇ ਜਾਂਦੇ ਹੋ। ਆਪਾਂ ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਪੜ੍ਹਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ, ਹੋਏ ਅਤੀਤ ਗ੍ਰਿਸ਼ਤ ਤਜ, ਫਿਰ ਉਨਹੂ ਕੇ ਘਰ ਮੰਗਣ ਜਾਈ, ਵਿਣ ਦਿੱਤੇ ਕਿਛ ਹੱਥ ਨਾ ਆਈ। ਗੁਰੂ ਨਾਨਕ ਸਾਹਿਬ ਕਹਿੰਦੇ, ਭੰਗਰਨਾਥ ਜੀ, ਇੱਕ ਪਾਸੇ ਤੇ ਤੁਸੀਂ ਗ੍ਰਸਤੀਆਂ ਨੂੰ, ਕਿਰਤ ਕਰਨ ਵਾਲਿਆਂ ਨੂੰ ਮਾੜਾ ਕਹਿੰਦੇ ਹੋ, ਪਰ ਦੂਜੇ ਪਾਸੇ ਤੁਸੀਂ ਉਹਨਾਂ ਦੇ ਘਰੋਂ ਮੰਗਣ ਜਾਂਦੇ ਹੋ, ਉਹਨਾਂ ਕੋਲੋਂ ਮੰਗ ਕੇ ਖਾਂਦੇ ਹੋ। ਹੁਣ ਬੱਚਿਓ, ਇੱਥੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਹੈ। ਗ੍ਰਸਤ ਨੂੰ ਤੁਸੀਂ ਪਾਵਨ ਬਾਣੀ ਪੜੋ,
ਪਾਵਨ ਬਾਣੀ ਦੇ ਵਿੱਚ ਵੀ ਪਾਤਸ਼ਾਹ ਗ੍ਰਸਤ ਨੂੰ ਪ੍ਰਧਾਨਤਾ ਦਿੰਦੇ ਨੇ। ਮਹਾਰਾਜ ਕਹਿੰਦੇ ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗਤ, ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਹੁਣ ਇਸ ਤੋਂ ਪਤਾ ਲੱਗਦਾ ਹੈ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਗ੍ਰਸਤ ਨੂੰ ਪ੍ਰਧਾਨਤਾ ਦਿੰਦੇ ਨੇ। ਪਾਤਸ਼ਾਹ ਨੇ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ। ਵੇਖੋ ਬੱਚਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰਿਵਾਰ ਦੇ ਵਿੱਚ ਰਹਿ ਕੇ, ਘਰ ਦੇ ਵਿੱਚ ਰਹਿ ਕੇ ਤੁਸੀਂ ਰੱਬ ਦੀ ਭਗਤੀ ਕਰਨੀ ਹੈ, ਪਰਮਾਤਮਾ ਦੀ ਭਗਤੀ ਕਰਨੀ ਹੈ ਤੇ ਮੋਹ ਮਾਇਆ ਤੋਂ, ਪਰਿਵਾਰ ਤੋਂ ਏਦਾਂ ਅਲੇਪ ਰਹਿਣਾ ਹੈ ਜਿੱਦਾਂ ਮੁਰਗਾਬੀ ਪਾਣੀ ਦੇ ਵਿੱਚ ਰਹਿੰਦੀ ਹੈ ਤੇ ਜਿਹੜਾ ਕਮਲ ਦਾ ਫੁੱਲ ਹੈ ਉਹ ਚਿੱਕੜ ਦੇ ਵਿੱਚੋਂ ਨਿਰਲੇਪ ਰਹਿੰਦਾ ਹੈ। ਪਾਤਸ਼ਾਹ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਗੁਰੂ ਸਾਹਿਬ ਕਹਿੰਦੇ ਪਰਿਵਾਰ 'ਚ ਰਹਿਣਾ ਹੈ, ਘਰ 'ਚ ਰਹਿਣਾ ਹੈ, ਮੋਹ ਮਾਇਆ 'ਚ ਰਹਿਣਾ ਹੈ, ਪਰ ਮੋਹ ਮਾਇਆ ਦੇ ਵਿੱਚ ਰਹਿ ਕੇ ਵੀ ਮੋਹ ਮਾਇਆ ਤੋਂ ਨਿਰਲੇਪ ਰਹਿਣਾ ਹੈ। ਉਹ ਕਿੱਦਾਂ ਨਿਰਲੇਪ ਰਹਿਣਾ ਹੈ ਬੱਚਿਓ? ਇੱਕ ਪੰਛੀ ਹੈ ਮੁਰਗਾਬੀ। ਜਿਹੜੀ ਮੁਰਗਾਬੀ ਹੈ ਨਾ ਉਹ ਹਰ ਵੇਲੇ ਪਾਣੀ ਦੇ ਵਿੱਚ ਰਹਿੰਦੀ ਹੈ, ਪਰ ਇੱਕ ਕਮਾਲ ਦੀ ਗੱਲ ਪਤਾ ਕੀ ਹੈ? ਪਾਣੀ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਮੁਰਗਾਬੀ ਆਪਣੇ ਖੰਭਾਂ ਨੂੰ ਪਾਣੀ ਨਹੀਂ ਲੱਗਣ ਦਿੰਦੀ। ਬੱਚਿਓ, ਜਿਹੜਾ ਕਮਲ ਦਾ ਫੁੱਲ ਹੈ ਉਹ ਕਿੰਨਾ ਪਿਆਰਾ ਹੈ, ਪਰ ਜਿਹੜਾ ਕਮਲ ਦਾ ਫੁੱਲ ਹੈ ਉਹ ਚਿੱਕੜ ਦੇ ਵਿੱਚ ਹੁੰਦਾ ਹੈ। ਹੈਰਾਨੀ ਵਾਲੀ ਗੱਲ ਹੈ, ਚਿੱਕੜ ਦੇ ਵਿੱਚ ਰਹਿ ਕੇ ਵੀ ਕਮਲ ਦਾ ਫੁੱਲ ਜਿਹੜਾ ਹੈ ਉਹ ਆਪਣੇ ਆਪ ਨੂੰ ਚਿੱਕੜ ਨਹੀਂ ਲੱਗਣ ਦਿੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਬਸ ਇਸੇ ਤਰ੍ਹਾਂ ਤੂੰ ਪਰਿਵਾਰ ਦੇ ਵਿੱਚ ਰਹਿਣਾ ਹੈ, ਮੋਹ ਮਾਇਆ ਦੇ ਵਿੱਚ ਰਹਿਣਾ ਹੈ, ਪਰਿਵਾਰ ਦੇ ਵਿੱਚ ਰਹਿ ਕੇ, ਮੋਹ ਮਾਇਆ ਦੇ ਵਿੱਚ ਰਹਿ ਕੇ ਮੁਰਗਾਬੀ ਤੇ ਕਮਲ ਦੇ ਫੁੱਲ ਤਰ੍ਹਾਂ ਨਿਰਲੇਪ ਹੋ ਕੇ ਤੂੰ ਰੱਬ ਦੀ ਭਗਤੀ ਕਰਨੀ ਹੈ, ਪਰਮਾਤਮਾ ਦੀ ਭਗਤੀ ਕਰਨੀ ਹੈ। ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗਤ, ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਜੇ ਤੂੰ ਪਰਿਵਾਰ ਦੇ ਵਿੱਚ ਰਹਿ ਕੇ ਰੱਬ ਦੀ ਭਗਤੀ ਕਰੇਗਾ, ਪਰਮਾਤਮਾ ਦੀ ਭਗਤੀ ਕਰੇਗਾ ਤੇ ਪਾਤਸ਼ਾਹ ਕਹਿੰਦੇ ਤੂੰ ਜਿਉਂਦੇ ਜੀ ਜਿਹੜਾ ਹੈ ਉਹ ਮੁਕਤ ਹੋ ਜਾਵੇਂਗਾ। ਸਤਿਗੁਰੂ ਪਾਤਸ਼ਾਹ ਨੇ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਤੇ ਮਹਾਰਾਜ ਕਹਿੰਦੇ ਸਿੱਖ ਜਿਹੜਾ ਹੈ ਉਹ ਕਿਰਤੀ ਹੋਣਾ ਚਾਹੀਦਾ। ਕਿਰਤੀ ਇਸੇ ਕਰਕੇ ਮਹਾਰਾਜ ਕਹਿੰਦੇ ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਪਾਤਸ਼ਾਹ ਨੇ ਗ੍ਰਸਤ ਧਰਮ ਅਪਣਾਉਣ ਵਾਸਤੇ ਕਿਹਾ, ਮਹਾਰਾਜ ਨੇ ਗ੍ਰਸਤ ਨੂੰ ਪ੍ਰਧਾਨ ਆਖਿਆ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਤੇ ਜਦੋਂ ਭੰਗਰਨਾਥ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿਚਾਰ ਚਰਚਾ ਕੀਤੀ ਤੇ ਭੰਗਰਨਾਥ ਦਾ ਜਿਹੜਾ ਸੀ ਉਹ ਸਿਰ ਝੁਕ ਗਿਆ। ਹੁਣ ਸਾਧ ਸੰਗਤ, ਕੱਲਾ ਭੰਗਰਨਾਥ ਨਹੀਂ ਬਲਕਿ ਉੱਥੇ ਲੋਹਾ ਰੀਪਾ ਨਾਂ ਦਾ ਜੋਗੀ ਏ, ਉਹ ਕਹਿੰਦਾ ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਏ ਔਦੂ ਬੋਲੇ ਗਿਆਨੇ। ਹੁਣ ਜਿਹੜਾ ਲੋਹਾ ਰੀਪਾ ਹੈ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਅਸੀਂ ਜੰਗਲਾਂ ਦੇ ਵਿੱਚ ਰਹਿੰਦੇ ਆ, ਘਾਹ ਫੂਸ ਖਾ ਕੇ ਗੁਜ਼ਾਰਾ ਕਰਦੇ ਆ, ਸਾਡਾ ਮਨ ਟਿਕ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਲਿਓ ਤੁਸੀਂ ਝੂਠ ਬੋਲਦੇ ਪਏ ਹੋ, ਜੰਗਲਾਂ ਦੇ ਵਿੱਚ ਜਾ ਕੇ ਘਾਹ ਫੂਸ ਖਾ ਕੇ ਕਦੀ ਮਨ ਨਹੀਂ ਟਿਕਦਾ। ਮਨ ਜਿਹੜਾ ਹੈ ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਟਿਕਦਾ ਹੈ। ਮਨ ਜਿਹੜਾ ਹੈ ਨਾ ਉਹ ਗੁਰੂ ਦੀ ਕਿਰਪਾ ਦੇ ਨਾਲ ਵਸ ਦੇ ਵਿੱਚ ਆਉਂਦਾ ਹੈ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਦੀ ਭਗਤੀ ਕਰਕੇ ਹੀ ਜਿਹੜਾ ਹੈ ਉਹ ਮਨ ਜਿਹੜਾ ਹੈ ਉਹ ਵਸ ਦੇ ਵਿੱਚ ਆਉਂਦਾ। ਹੁਣ ਬੱਚਿਓ, ਇਹ ਜਿਹੜੀ ਅਚਲ ਬਟਾਲੇ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਾਖੀ ਏ, ਇਥੋਂ ਸਾਨੂੰ ਬਹੁਤ ਸਿੱਖਿਆਵਾਂ ਮਿਲਦੀਆਂ। ਇੱਕ ਤੇ ਗੁਰੂ ਸਾਹਿਬ ਨੇ ਇੱਥੇ ਕਰਾਮਾਤ ਦਾ ਖੰਡਨ ਕੀਤਾ, ਗੁਰੂ ਨਾਨਕ ਦਾ ਧਰਮ ਕਰਾਮਾਤ ਨੂੰ ਨਹੀਂ ਮੰਨਦਾ। ਦੂਸਰੇ ਨੰਬਰ ਤੇ ਸਤਿਗੁਰੂ ਪਾਤਸ਼ਾਹ ਨੇ ਇੱਥੇ ਗ੍ਰਸਤ ਦੀ ਪ੍ਰਧਾਨਤਾ ਨੂੰ ਦਰਸਾਇਆ ਵੀ ਜਿਹੜੀ ਗ੍ਰਸਤ ਧਰਮ ਹੈ ਨਾ, ਗ੍ਰਸਤ ਧਰਮ ਉਹ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ। ਤੇ ਤੀਸਰੇ ਨੰਬਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਜੋਗੀਆਂ ਸਿੱਧਾਂ ਨੂੰ ਕਿਹਾ ਜੰਗਲਾਂ ਦੇ ਵਿੱਚ ਜਾ ਕੇ ਪਖੰਡ ਕੀਤਿਆਂ, ਕਰਮਕਾਂਡ ਕੀਤਿਆਂ, ਉਲਟੇ ਕੀਤਿਆਂ ਮਨ ਕਦੀ ਵਸ ਵਿੱਚ ਨਹੀਂ ਆਉਂਦਾ। ਮਨ ਤਾਂ ਹੀ ਵਸ ਦੇ ਵਿੱਚ ਆਉਂਦਾ ਏ, ਇਹ ਵਿਕਾਰ ਤਾਂ ਹੀ ਵਸ ਦੇ ਵਿੱਚ ਆਉਂਦੇ ਨੇ ਜੇ ਅਸੀਂ ਪਰਮਾਤਮਾ ਦੀ ਭਗਤੀ ਕਰਾਂਗੇ, ਰੱਬ ਦੀ ਭਗਤੀ ਕਰਾਂਗੇ, ਗੁਰਬਾਣੀ ਪੜਾਂਗੇ, ਗੁਰਬਾਣੀ ਨੂੰ ਸੁਣਾਂਗੇ, ਗੁਰਬਾਣੀ ਨੂੰ ਵਿਚਾਰਾਂਗੇ, ਗੁਰਬਾਣੀ ਨੂੰ ਆਪਣੇ
ਹਿਰਦੇ ਵਿੱਚ ਵਸਾਵਾਂਗੇ। ਇੱਕ ਦੋ ਸ਼ਬਦ ਮੈਂ ਬਾਣੀ ਦੇ ਸਾਂਝੇ ਕਰਨ ਲੱਗਾ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ, ਕਰ ਕਰ ਹਾਰਿਓ ਅਨਕ ਬੋ ਭਾਂਤੀ, ਛੋੜੈ ਕਤਹੂ ਨਾਹੀ, ਏਕ ਬਾਤ ਸੁਣ ਤਾਂ ਕੀ ਓਟਾ, ਸਾਧ ਸੰਗ ਮਿਟ ਜਾਹੀ। ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ, ਮਨ ਜੀਤੈ ਜਗ ਜੀਤ। ਮਨ ਤਾਂ ਹੀ ਵਸ ਵਿੱਚ ਆਵੇਗਾ ਜੇ ਰੱਬ ਦੀ ਭਗਤੀ ਕਰਾਂਗੇ। ਬੱਚਿਓ, ਇੱਥੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਮੁਲਤਾਨ ਦੀ ਧਰਤੀ ਤੇ। ਪਹਿਲਾਂ ਮਹਾਰਾਜ ਅਚਲ ਬਟਾਲੇ ਗਏ, ਫਿਰ ਗੁਰੂ ਸਾਹਿਬ ਗਏ ਮੁਲਤਾਨ ਦੀ ਧਰਤੀ ਤੇ। ਹੁਣ ਧਿਆਨ ਦੇਣਾ, ਇਹ ਮੁਲਤਾਨ ਦੀ ਧਰਤੀ ਤੇ ਜਿਹੜੀ ਸਾਖੀ ਵਾਪਰੀ ਨਾ, ਇਹਦੇ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ। ਜਦੋਂ ਮਹਾਰਾਜ ਮੁਲਤਾਨ ਦੀ ਧਰਤੀ ਤੇ ਗਏ ਤੇ ਮੁਲਤਾਨ ਦੇ ਵਿੱਚ ਇੱਕ ਪੀਰ ਹੋਇਆ ਜਿਸ ਦਾ ਨਾਂ ਸੀ ਸ਼ਮਸ ਤਬਰੇਜ। ਸ਼ਮਸ ਤਬਰੇਜ ਨਾਂ ਦਾ ਪੀਰ ਹੋਇਆ ਮੁਲਤਾਨ ਦੀ ਧਰਤੀ ਤੇ। ਬੱਚਿਓ, ਇਹਨੇ ਇੱਕ ਨਾਰਾ ਲਾਇਆ, ਅਨਹਲ ਹੱਕ, ਭਾਵ ਬੰਦਾ ਹੀ ਰੱਬ ਹੈ, ਬੰਦਾ ਹੀ ਪਰਮਾਤਮਾ ਹੈ। ਜਿਹੜੇ ਕੱਟੜ ਮੁਸਲਮਾਨ ਸੀ ਨਾ, ਜਦੋਂ ਇਹਨੇ ਅਨਹਲ ਹੱਕ ਦਾ ਨਾਰਾ ਲਾਇਆ, ਜਿਹੜੇ ਅੱਲਾ ਨੂੰ ਮੰਨਣ ਵਾਲੇ ਸੀ, ਰੱਬ ਨੂੰ ਮੰਨਣ ਵਾਲੇ ਸੀ, ਉਹ ਕਹਿੰਦੇ ਬੰਦਾ ਰੱਬ ਨਹੀਂ ਹੋ ਸਕਦਾ, ਤੇ ਉਹਨਾਂ ਨੇ ਇਹਨੂੰ ਮਾਰ ਦਿੱਤਾ, ਸ਼ਮਸ ਤਬਰੇਜ ਨੂੰ ਮਾਰ ਦਿੱਤਾ। ਜਦੋਂ ਇਹਨੂੰ ਮਾਰ ਦਿੱਤਾ ਗਿਆ, ਇਹਦੇ ਜਿਹੜੇ ਚੇਲੇ ਸੀ, ਇਹਦੇ ਚੇਲਿਆਂ ਨੇ ਇਹਦੀ ਉੱਥੇ ਕਬਰ ਬਣਾ ਲਈ, ਇਹਦੀ ਜਗ੍ਹਾ ਬਣਾ ਲਈ, ਤੇ ਇਹਦੀ ਜਗ੍ਹਾ ਦੇ ਉੱਤੇ ਬਹੁਤ ਵੱਡਾ ਜਿਹੜਾ ਹੈ ਉਹ ਮੇਲਾ ਲੱਗਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਗਏ, ਤੇ ਜਿਹੜੇ ਸ਼ਮਸ ਤਬਰੇਜ ਦੇ ਚੇਲੇ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਕਿ ਬੰਦਾ ਜਿਹੜਾ ਹੈ ਉਹ ਕਦੀ ਵੀ ਰੱਬ ਨਹੀਂ ਹੋ ਸਕਦਾ, ਬੰਦਾ ਜਿਹੜਾ ਹੈ ਕਦੀ ਪ੍ਰਮਾਤਮਾ ਨਹੀਂ ਹੋ ਸਕਦਾ। ਬੰਦਾ ਬੰਦਾ ਹੈ ਤੇ ਰੱਬ ਰੱਬ ਹੈ। ਰੱਬ ਤੇ ਬੰਦੇ ਦੇ ਵਿੱਚ ਅੰਤਰ ਹੈ। ਜਿਹੜਾ ਬੰਦਾ ਹੈ ਨਾ, ਉਹ ਪਰਮਾਤਮਾ ਦੀ ਅੰਸ਼ ਹੈ। ਬਾਣੀ ਵੀ ਪੜ੍ਹਦੇ ਆ, ਬਾਣੀ 'ਚ ਬਚਨ ਆਉਂਦੇ, ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੇ ਨਾ ਮੰਚ। ਬੰਦਾ ਜਿਹੜਾ ਇਹ ਪਰਮਾਤਮਾ ਦੀ ਅੰਸ਼ ਹੈ। ਹੁਣ ਬੱਚਿਓ, ਜੇ ਆਪਾਂ ਗੁਰੂ ਸਾਹਿਬਾਨ ਦੀ ਗੱਲ ਕਰੀਏ ਨਾ, ਗੁਰੂ ਸਾਹਿਬਾਨ ਦੀ, ਕਿਤੇ ਵੀ ਸਾਰੀ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਰੱਬ ਨਹੀਂ ਆਖਿਆ, ਪਰਮਾਤਮਾ ਨਹੀਂ ਆਖਿਆ, ਬਲਕਿ ਇਹ ਗੱਲ ਕਹੀ, ਰੱਬ ਸਾਡੇ ਅੰਦਰ ਹੈ, ਪਰਮਾਤਮਾ ਸਾਡੇ ਅੰਦਰ ਹੈ, ਵਾਹਿਗੁਰੂ ਸਾਡੇ ਅੰਦਰ ਹੈ। ਅਸੀਂ ਆਪਣੇ ਅੰਦਰਲੇ ਰੱਬ ਨੂੰ ਪਛਾਣਨਾ ਹੈ, ਆਪਣੇ ਅੰਦਰਲੇ ਪਰਮਾਤਮਾ ਨੂੰ ਪਛਾਣਨਾ ਹੈ ਤੇ ਚੰਗੇ ਕੰਮ ਕਰਨੇ ਨੇ। ਪਰ ਕਿਤੇ ਵੀ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਰੱਬ ਨਹੀਂ ਕਿਹਾ, ਆਪਣੇ ਆਪ ਨੂੰ ਪਰਮਾਤਮਾ ਨਹੀਂ ਕਿਹਾ। ਮਹਾਰਾਜ ਨੇ ਤੇ ਸਗੋਂ ਕਿਹਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਵੀ ਮੈਂ ਤੇ ਉਸ ਪਰਮਾਤਮਾ ਦੇ ਘਰ ਦਾ, ਦਰ ਘਰ ਦਾ ਗੁਲਾਮ ਆ। ਜਾਂ ਪਾਵਨ ਬਾਣੀ 'ਚ ਬਚਨ ਆਉਂਦੇ, ਲੂਣ ਹਰਾਮੀ ਨਾਨਕ ਲਾਲਾ, ਬਖਸ਼ੈ ਤੁਧ ਵਡਿਆਈ, ਆਦ ਜੁਗਾਦ ਦਇਆ ਪਤ ਦਾਤਾ, ਤੁਧ ਬਿਨ ਮੁਕਤ ਨਾ ਪਾਈ। ਬੱਚਿਓ ਵੇਖੋ, ਜੇ ਗੁਰੂ ਨਾਨਕ ਸਾਹਿਬ ਦੀ ਨਿਮਰਤਾ ਵੇਖਣੀ ਹੈ, ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਆਂ। ਜਪਜੀ ਸਾਹਿਬ ਦੇ ਪਾਠ ਵਿੱਚ 3 ਪੌੜੀਆਂ ਅਸੰਖ ਵਾਲੀਆਂ ਆਉਂਦੀਆਂ ਨੇ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਜਿਹੜੀ ਦੂਸਰੀ ਪੌੜੀ ਹੈ ਉਹ ਹੈਗੀ ਹੈ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਤੇ ਜਿਹੜੀ ਤੀਸਰੀ ਪੌੜੀ ਹੈ ਉਹ ਹੈਗੀ ਹੈ, ਅਸੰਖ ਨਾਮ, ਅਸੰਖ ਥਾਮ, ਅਗੰਮ ਅਗੰਮ ਅਸੰਖ ਲੋ। ਹੁਣ ਜਿਹੜੀ ਪਹਿਲੀ ਪੌੜੀ ਹੈ ਨਾ, ਉਹਦੇ ਵਿੱਚ ਮਹਾਰਾਜ ਨੇ ਜਪੀਆਂ ਤਪੀਆਂ ਦੀ ਗੱਲ ਕੀਤੀ। ਜਿਹੜੀ ਤੀਸਰੀ ਪੌੜੀ ਹੈ ਉਹ 'ਚ ਮਹਾਰਾਜ ਨੇ ਗਿਆਨੀਆਂ ਧਿਆਨੀਆਂ ਦੀ ਗੱਲ ਕੀਤੀ। ਪਰ ਬੱਚਿਓ, ਜਿਹੜੀ ਅਸੰਖ ਵਾਲੀ ਦੂਸਰੀ ਪੌੜੀ ਹੈ ਨਾ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਇਹ ਜਿਹੜੀ ਦੂਸਰੀ ਪੌੜੀ ਹੈ, ਜਿਹੜੀ ਸੈਂਟਰ ਵਾਲੀ ਪੌੜੀ ਹੈ, ਇਹਦੇ ਵਿੱਚ ਮਹਾਰਾਜ ਨੇ ਪਾਪੀਆਂ ਦੀ ਗੱਲ ਕੀਤੀ, ਹਥਿਆਰਿਆਂ ਦੀ ਗੱਲ ਕੀਤੀ, ਅਧਰਮੀਆਂ ਦੀ ਗੱਲ ਕੀਤੀ। ਤੇ ਇਸੇ ਪੰਕਤੀ ਦੇ ਵਿੱਚ ਥੱਲੇ ਜਾ ਕੇ, ਇਸੇ ਪੌੜੀ ਦੇ ਵਿੱਚ ਥੱਲੇ ਜਾ ਕੇ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਕਹਿੰਦੇ ਨੇ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਆਪਣੇ ਆਪ ਨੂੰ ਮਾਰੇ ਨੀਚ ਕਹਿੰਦੇ, ਨਾਨਕ ਨੀਚ। ਜੇ ਆਪਾਂ ਬਾਣੀ ਪੜ੍ਹਦੇ ਆ, ਬਾਣੀ ਤੇ ਕਹਿੰਦੀ ਹੈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ।
बाबा कबीर साहब ते कहते ने कबीर कुकर राम को मुतिया मेरो नाओ गले हमारे जेवरी जह खिंचे तह जाओ। बाबा कबीर साहब कहते मैं ते रब दे दर दा कुकर आ, ਉਹਨੇ ਮੇਰੇ ਗਲ ਦੇ ਵਿੱਚ ਸੰਗਲੀ ਪਾਈ ਹੋਈ ਏ, ਉਹ ਮੈਨੂੰ ਜਿੱਧਰ ਨੂੰ ਖਿੱਚਦਾ ਹੈ ਮੈਂ ਉਧਰ ਨੂੰ ਹੀ ਜਾਣਾ ਆ। ਹੁਣ ਬੱਚਿਓ ਉਹ ਅਨਹਲ ਹੱਕ ਦਾ ਨਾਰਾ ਲਾਉਂਦੇ ਨੇ ਜਿਹੜੇ ਸ਼ਮਸ ਤਬਰੇਜ਼ ਦੇ ਚੇਲੇ ਨੇ ਕਿ ਅਸੀਂ ਰੱਬ ਆ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਨਹੀਂ, ਬੰਦਾ ਰੱਬ ਨਹੀਂ, ਬੰਦਾ ਪਰਮਾਤਮਾ ਨਹੀਂ। ਸੱਚ ਜਾਣਿਓ ਰੱਬ ਦੀ ਛੋਟੀ ਜਿਹੀ ਅੰਸ਼ ਆ, ਅਸੀਂ ਉਸ ਪਰਮਾਤਮਾ ਦੀ ਛੋਟੀ ਜਿਹੀ ਅੰਸ਼ ਆ। ਤੇ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੀ ਵੀ ਅਸੀਂ ਹੰਕਾਰ ਨਹੀਂ ਕਰਨਾ, ਕਦੀ ਵੀ ਅਸੀਂ ਆਪਣੇ ਆਪ ਨੂੰ ਵੱਡਾ ਕਰਕੇ ਨਹੀਂ ਜਾਣਨਾ, ਬਲਕਿ ਸਦਾ ਹੀ ਜਿਹੜਾ ਹੈ ਉਹ ਨਿਮਰਤਾ ਦੇ ਵਿੱਚ ਰਹਿਣਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ, ਅਸੀਂ ਬੰਦੇ ਹਾਂ, ਪਰਮਾਤਮਾ ਇੱਕ ਵੱਖਰੀ ਹਸਤੀ ਹੈ। ਉਸ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ, ਉਹ ਪਰਮਾਤਮਾ ਸਾਡੇ ਅੰਦਰ ਵਸਦਾ ਹੈ। ਅਸੀਂ ਰੱਬ ਦੀ ਭਗਤੀ ਕਰਨੀ ਹੈ ਤੇ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਪਛਾਣਨਾ ਹੈ, ਵਾਹਿਗੁਰੂ ਨੂੰ ਪਛਾਣਨਾ ਹੈ। ਤੇ ਬੱਚਿਓ ਮੁਲਤਾਨ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਹੁੰਚੇ ਸਿਆਲਕੋਟ। ਹੁਣ ਸਿਆਲਕੋਟ ਜਿਹੜਾ ਹੈ ਨਾ, ਸਿਆਲਕੋਟ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਇੱਕ ਸਿੱਖ ਰਹਿੰਦਾ ਹੈ, ਜਿਸ ਦਾ ਨਾਮ ਹੈ ਭਾਈ ਮੂਲਾ। ਭਾਈ ਮੂਲਾ ਕੋਈ ਸਮਾਂ ਸੀ, ਭਾਈ ਮੂਲਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੜਾ ਪਿਆਰ ਕਰਦਾ ਸੀ। ਕੋਈ ਸਮਾਂ ਸੀ ਭਾਈ ਮੂਲਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਰਧਾਲੂ ਸੀ, ਬੜਾ ਸਿਆਣਾ, ਬੜਾ ਸੂਝਵਾਨ ਤੇ ਬੜਾ ਸਮਝਦਾਰ ਸੀ। ਇੱਕ ਵਾਰੀ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨੇ ਨੂੰ ਭੇਜਿਆ, ਮਰਦਾਨਿਆ ਜਾ ਸੱਚ ਤੇ ਝੂਠ ਦਾ ਵਪਾਰ ਕਰਕੇ ਲਿਆ। ਤੇ ਗੁਰੂ ਨਾਨਕ ਸਾਹਿਬ ਨੇ ਇੱਕ ਵਰਕੇ ਦੇ ਉੱਤੇ ਲਿਖ ਦਿੱਤਾ, ਸੱਚ ਕੀ ਹੈ ਤੇ ਝੂਠ ਕੀ ਹੈ। ਭਾਈ ਮਰਦਾਨਾ ਕਦੀ ਕਿਤੇ ਜਾਂਦਾ ਹੈ, ਕਦੀ ਕਿਤੇ ਜਾਂਦਾ ਹੈ, ਕਿਸੇ ਨੂੰ ਇਸ ਸਵਾਲ ਦਾ ਜਵਾਬ ਨਾ ਆਇਆ, ਕਿਸੇ ਨੂੰ ਇਸ ਸਵਾਲ ਦਾ ਜਵਾਬ ਨਾ ਆਇਆ। ਤੇ ਅੰਤ ਨੂੰ ਭਾਈ ਮਰਦਾਨਾ ਭਾਈ ਮੂਲੇ ਦੀ ਦੁਕਾਨ ਤੇ ਜਾਂਦਾ ਹੈ ਤੇ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਪ੍ਰਸ਼ਨ ਦਾ ਉੱਤਰ ਲੱਭਣ ਵਾਸਤੇ ਭੇਜਿਆ ਹੈ। ਤੇ ਭਾਈ ਮੂਲਾ ਕਹਿੰਦਾ ਭਾਈ ਮਰਦਾਨਾ ਜੀ ਦੱਸੋ, ਜੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਈ, ਉਹਨਾਂ ਦਾ ਰਹਿਮਤ ਭਰਿਆ ਹੱਥ ਮੇਰੇ ਸਿਰ ਤੇ ਹੋਇਆ, ਤੇ ਮੈਂ ਪ੍ਰਸ਼ਨ ਦਾ ਉੱਤਰ ਜ਼ਰੂਰ ਦਵਾਂਗਾ। ਤੇ ਭਾਈ ਮਰਦਾਨਾ ਜੀ ਕਹਿੰਦੇ ਆਹ ਪ੍ਰਸ਼ਨ ਹੈ, ਸੱਚ ਕੀ ਹੈ ਤੇ ਝੂਠ ਕੀ ਹੈ। ਤੇ ਉੱਥੇ ਮੂਲੇ ਨੇ ਲਿਖ ਦਿੱਤਾ, ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਭਾਵ ਮੌਤ ਸੱਚ ਹੈ ਤੇ ਜ਼ਿੰਦਗੀ ਜਿਉਣੀ ਜਿਹੜੀ ਹੈ ਉਹ ਝੂਠੀ ਹੈ। ਭਾਵ ਮੌਤ ਕਦੋਂ ਵੀ ਆ ਸਕਦੀ ਹੈ, ਮੌਤ ਸੱਚ ਹੈ ਤੇ ਜਿਉਣਾ ਝੂਠ ਹੈ। ਹੁਣ ਇਹ ਤੋਂ ਪਤਾ ਲੱਗਦਾ ਭਾਈ ਮੂਲਾ ਕਿੰਨਾ ਸਿਆਣਾ, ਕਿੰਨਾ ਸਮਝਦਾਰ। ਤੇ ਬੱਚਿਓ ਹੋਇਆ ਪਤਾ ਕੀ, ਭਾਈ ਮੂਲੇ ਦਾ ਕਾਰੋਬਾਰ ਬੜਾ ਚੱਲ ਗਿਆ, ਪੈਸਾ ਬਹੁਤ ਜ਼ਿਆਦਾ ਘਰ ਦੇ ਵਿੱਚ ਆਉਣ ਲੱਗ ਪਿਆ। ਜਦੋਂ ਪੈਸਾ ਘਰ ਦੇ ਵਿੱਚ ਆਉਣ ਲੱਗ ਪਿਆ ਤੇ ਭਾਈ ਮੂਲਾ ਗੁਰੂ ਨਾਨਕ ਨੂੰ ਭੁੱਲ ਗਿਆ, ਇਹਦੀ ਪਰਮਾਤਮਾ ਨਾਲੋਂ ਲਿਵ ਟੁੱਟ ਗਈ, ਕਿਉਂਕਿ ਮੋਹ ਮਾਇਆ ਦਾ ਪ੍ਰਭਾਵ ਇਹਦੇ ਮਨ ਦੇ ਉੱਤੇ ਹਾਵੀ ਹੋ ਗਿਆ। ਆਪਾਂ ਬੱਚਿਓ ਬਾਣੀ ਪੜ੍ਹਦੇ ਆਂ, ਬਾਣੀ ਵਿੱਚ ਵੀ ਬਚਨ ਆਉਂਦੇ ਨੇ, ਪਾਤਸ਼ਾਹ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਜਦੋਂ ਬੰਦੇ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਂਦਾ, ਫਿਰ ਬੰਦੇ ਨੂੰ ਰੱਬ ਭੁੱਲ ਜਾਂਦਾ, ਫਿਰ ਬੰਦੇ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ। ਵੇਖੋ ਬੱਚਿਓ, ਅੱਜ ਜੇ ਮੈਂ ਬਹੁਤੇ ਲੋਕਾਂ ਦੀ ਗੱਲ ਕਰਾਂ, ਬਹੁਤੇ ਲੋਕ ਇਦਾਂ ਦੇ ਨੇ, ਜਦੋਂ ਕੁਝ ਨਹੀਂ ਨਾ ਹੁੰਦਾ ਕੋਲ, ਉਦੋਂ ਅਸੀਂ ਗੁਰਦੁਆਰੇ ਵੀ ਜਾਂਦੇ ਆ, ਬਾਣੀ ਵੀ ਪੜ੍ਹਦੇ ਆ, ਰੱਬ ਦੀ ਭਗਤੀ ਵੀ ਕਰਦੇ ਆ, ਪਰ ਜਦੋਂ ਸਾਡੇ ਕੋਲ ਸਾਰਾ ਕੁਝ ਹੀ ਆ ਜਾਂਦਾ ਹੈ ਤੇ ਫਿਰ ਸਾਨੂੰ ਉਸ ਰੱਬ ਦਾ, ਉਸ ਪਰਮਾਤਮਾ ਦਾ, ਉਸ ਵਾਹਿਗੁਰੂ ਦਾ ਚੇਤਾ ਭੁੱਲ ਜਾਂਦਾ ਹੈ, ਜਿਹਨੂੰ ਬਾਬਾ ਜੀ ਨੇ ਬਾਣੀ ਚ ਕਿਹਾ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਂ ਪਾਤਸ਼ਾਹ ਨੇ ਕਿਹਾ ਸੁੱਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਿਆਲਕੋਟ ਪਹੁੰਚੇ ਤੇ ਪੁੱਛਿਆ, ਭਾਈ ਮੂਲੇ ਦੇ ਘਰ ਗਏ, ਭਾਈ ਮੂਲੇ ਦੀ ਘਰ ਵਾਲੀ ਬਾਹਰ ਆਈ, ਪੁੱਛਿਆ ਮੂਲਾ ਕਿੱਥੇ ਹੈ, ਤੇ ਕਹਿੰਦੇ ਘਰ ਹੈ ਨਹੀਂ, ਹੈ ਅੰਦਰ ਹੀ ਸੀ, ਕਹਿੰਦੇ ਘਰ ਹੈ ਨਹੀਂ, ਝੂਠ ਬੋਲ ਦਿੱਤਾ। ਸਮਾਂ ਪਾ ਕੇ ਉਹਨੂੰ ਸੱਪ ਲੜ ਗਿਆ, ਉਹਦੀ ਮੌਤ ਹੋ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮੂਲੇ ਦੇ ਪਰਥਾਏ ਸ਼ਬਦ ਉਚਾਰਨ ਕੀਤਾ, ਨਾਲ ਕਿਰਾੜਾ ਦੋਸਤੀ
ਕੂੜੈ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ। ਕਿ ਮਾਇਆ ਜਿਹੜੀ ਹੈ ਨਾ ਉਹ ਬੰਦੇ ਨੂੰ ਅੰਨਾ ਕਰ ਦਿੰਦੀ ਹੈ। ਮਾਇਆ ਜਿਹੜੀ ਹੈ ਉਹ ਬੰਦੇ ਨੂੰ ਪਰਮਾਤਮਾ ਨਾਲੋਂ ਵਿਛੋੜ ਦਿੰਦੀ ਹੈ। ਮਾਇਆ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਹੁਤ ਵੱਡੇ ਦੁੱਖ ਦਾ ਕਾਰਨ ਬਣਦੀ ਹੈ। ਹੁਣ ਬੱਚਿਓ, ਇਸ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਕਦੀ ਵੀ ਮਾਇਆ ਦਾ ਜਿਹੜਾ ਪ੍ਰਭਾਵ ਹੈ ਉਹ ਕਬੂਲਣਾ ਨਹੀਂ। ਜਿੱਦਾਂ ਮੈਂ ਪਹਿਲਾਂ ਕਿਹਾ ਸੀ ਨਾ, ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਰਹਿਣਾ। ਜਿੱਦਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ ਹੈ ਪਰ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ, ਇਸੇ ਤਰ੍ਹਾਂ ਅਸੀਂ ਪਰਿਵਾਰ ਦੇ ਵਿੱਚ ਧਨ ਦੌਲਤ ਮਾਇਆ ਦੇ ਵਿੱਚ ਰਹਿਣਾ ਹੈ ਪਰ ਮਾਇਆ ਤੋਂ ਨਿਰਲੇਪ ਰਹਿਣਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਗੱਲ ਕਹੀ ਸੀ, ਔਰਤ ਈਮਾਨ ਦੌਲਤ ਗੁਜਰਾਨ, ਪੁੱਤਰ ਨਿਸ਼ਾਨ ਫਕੀਰ, ਨਾ ਹਿੰਦੂ ਤੇ ਨਾ ਮੁਸਲਮਾਨ। ਪਾਤਸ਼ਾਹ ਕਹਿੰਦੇ ਦੌਲਤ ਚਾਹੀਦੀ ਹੈ, ਧਨ ਚਾਹੀਦਾ ਹੈ, ਗੁਜ਼ਾਰੇ ਜੋਗਾ ਚਾਹੀਦਾ। ਜਦੋਂ ਬਹੁਤਾ ਪੈਸਾ ਆਵੇ ਬੰਦੇ ਨੂੰ ਰੱਬ ਭੁੱਲ ਜਾਂਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ। ਜਿੱਦਾਂ ਅੱਜ ਮੰਨ ਲਓ ਸਾਡੇ ਕੋਲ ਕੁਝ ਨਹੀਂ, ਅਸੀਂ ਰੱਬ ਦੀ ਭਗਤੀ ਕਰਦੇ ਆ, ਕੱਲ ਨੂੰ ਰੱਬ ਨੇ ਸਾਨੂੰ ਸਾਰਾ ਕੁਝ ਦੇ ਦਿੱਤਾ, ਪ੍ਰਮਾਤਮਾ ਨੇ ਸਾਨੂੰ ਸਾਰਾ ਕੁਝ ਦੇ ਦਿੱਤਾ, ਤੇ ਅਸੀਂ ਕਦੀ ਵੀ ਰੱਬ ਦਾ ਚੇਤਾ ਨਹੀਂ ਭੁਲਾਉਣਾ। ਹਮੇਸ਼ਾ ਹੀ ਉਸ ਰੱਬ ਨੂੰ ਚੇਤੇ ਰੱਖਣਾ ਹੈ, ਪ੍ਰਮਾਤਮਾ ਨੂੰ ਚੇਤੇ ਰੱਖਣਾ ਹੈ। ਬੱਚਿਓ, ਤੁਸੀਂ ਪੜ੍ਹਾਈਆਂ ਕਰਦੇ ਹੋ, ਕੱਲ ਨੂੰ ਤੁਸੀਂ ਵੱਡੇ ਵੱਡੇ ਅਹੁਦਿਆਂ ਤੇ ਜਾਣਾ ਹੈ, ਵੱਡੇ ਵੱਡੇ ਅਹੁਦਿਆਂ ਤੇ ਜਾਣਾ ਹੈ। ਕੱਲ ਨੂੰ ਤੁਹਾਡੇ ਵਿੱਚੋਂ MBBS ਡਾਕਟਰ ਬਣਨੇ ਨੇ, IPS ਅਫਸਰ ਬਣਨੇ ਨੇ, ਕਿਸੇ ਨੇ ਜੱਜ ਬਣਨਾ ਹੈ, ਕਿਸੇ ਨੇ ਵਕੀਲ ਬਣਨਾ ਹੈ। ਇੱਕ ਗੱਲ ਚੇਤੇ ਰੱਖਿਓ, ਜਿੰਨੇ ਮਰਜ਼ੀ ਵੱਡੇ ਅਹੁਦੇ ਤੇ ਚਲੇ ਜਾਓ, ਪਰ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ, ਇਹ ਦਾਤ ਸਾਨੂੰ ਗੁਰੂ ਨਾਨਕ ਨੇ ਦਿੱਤੀ ਹੈ, ਗੁਰੂ ਕਲਗੀਧਰ ਨੇ ਦਿੱਤੀ ਹੈ, ਤੇ ਸਦਾ ਹੀ ਗੁਰੂ ਗੋਬਿੰਦ ਸਿੰਘ ਦਾ ਤੇ ਕਲਗੀਧਰ ਦਾ ਸ਼ੁਕਰਾਨਾ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਨਾ ਹੈ। ਭਾਵ ਪੈਸਾ ਕਮਾ ਕੇ ਕਦੀ ਰੱਬ ਦਾ ਚੇਤਾ ਨਹੀਂ ਭੁਲਾਉਣਾ। ਇਹ ਸਿੱਖਿਆ ਸਾਨੂੰ ਇਸ ਸਾਖੀ ਤੋਂ ਮਿਲਦੀ ਹੈ। ਤੇ ਜੇ ਅਸੀਂ ਪੈਸਾ ਕਮਾ ਲਿਆ ਤੇ ਰੱਬ ਨੂੰ ਭੁੱਲ ਗਏ, ਪ੍ਰਮਾਤਮਾ ਨੂੰ ਭੁੱਲ ਗਏ, ਸਾਡੀ ਜ਼ਿੰਦਗੀ ਜਿਹੜੀ ਹੈ ਉਹ ਬੱਚਿਓ ਨਰਕ ਬਣ ਜਾਵੇਗੀ। ਸੋ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚੌਥੀ ਉਦਾਸੀ ਹੈ। ਮਹਾਰਾਜ ਅਚਲ ਬਟਾਲੇ ਗਏ, ਮਹਾਰਾਜ ਮੁਲਤਾਨ ਗਏ, ਸਤਿਗੁਰੂ ਪਾਤਸ਼ਾਹ ਮਹਾਰਾਜ ਸਿਆਲਕੋਟ ਦੀ ਧਰਤੀ ਤੇ ਗਏ, ਤੇ ਸਤਿਗੁਰੂ ਪਾਤਸ਼ਾਹ ਦੀ ਚਰਚਾ ਹੋਈ, ਗੋਸ਼ਟੀ ਹੋਈ। ਜਿਹੜੇ ਲੋਕ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਸੀ, ਉਹਨਾਂ ਨੂੰ ਲੋਕਾਂ ਨੂੰ ਪਾਤਸ਼ਾਹ ਨੇ ਬਾਹਰ ਕੱਢ ਕੇ ਤੇ ਸਿੱਧੇ ਰਸਤੇ ਪਾਇਆ, ਇੱਕ ਰੱਬ ਦੀ, ਇੱਕ ਪ੍ਰਮਾਤਮਾ ਦੀ ਭਗਤੀ ਦੇ ਨਾਲ ਜੋੜਿਆ। ਤੇ ਇੱਥੇ ਇੱਕ ਮੈਂ ਹੋਰ ਬੇਨਤੀ ਕਰਨੀ ਚਾਹਾਂਗਾ, ਕਿਉਂਕਿ ਚੌਥੀ ਉਦਾਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੱਕ ਹੀ ਚੱਲਦੀ ਰਹੀ ਸੀ। ਤੇ ਆਪਾਂ ਸਾਰੇ ਜਾਣਦੇ ਆ ਗੁਰੂ ਨਾਨਕ ਸਾਹਿਬ ਦੇ ਸਾਥੀ ਭਾਈ ਮਰਦਾਨਾ ਜੀ, ਜਿਹੜੇ ਕੁਝ ਸਮਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜੋਤੀ ਜੋਤ ਸਮਾਏ। ਹੁਣ ਧਿਆਨ ਦੇਣਾ, ਜਦੋਂ ਭਾਈ ਮਰਦਾਨਾ ਜੀ ਦਾ ਅੰਤਮ ਸਮਾਂ ਆਇਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆ ਕੀ ਚਾਹੀਦਾ ਹੈ? ਤੇ ਪਤਾ ਭਾਈ ਮਰਦਾਨਾ ਜੀ ਕੀ ਕਹਿੰਦੇ? ਅਸੀਂ ਤੇ ਜਦੋਂ ਗੁਰਦੁਆਰੇ ਜਾਂਦੇ ਅਸੀਂ ਕਹਿੰਦੇ ਗੱਡੀ ਚਾਹੀਦੀ ਹੈ, ਅਸੀਂ ਕਹਿੰਦੇ ਕੈਨੇਡਾ ਦਾ ਵੀਜ਼ਾ ਚਾਹੀਦਾ ਹੈ, ਅਸੀਂ ਕਹਿੰਦੇ ਪੈਸਾ ਚਾਹੀਦਾ ਹੈ, ਅਸੀਂ ਕਹਿੰਦੇ ਧੀਆਂ ਪੁੱਤ ਚਾਹੀਦੇ ਨੇ, ਪਰ ਅਸੀਂ ਕਦੀ ਗੁਰੂ ਕੋਲੋਂ ਗੁਰੂ ਨੂੰ ਨਹੀਂ ਮੰਗਿਆ, ਅਸੀਂ ਕਦੀ ਪ੍ਰਮਾਤਮਾ ਕੋਲੋਂ ਪ੍ਰਮਾਤਮਾ ਨੂੰ ਨਹੀਂ ਮੰਗਿਆ। ਇਹ ਤੇ ਸਾਡੇ ਗੁਰੂ ਸਾਹਿਬ ਵੀ ਕਹਿੰਦੇ ਨੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਬੱਚਿਓ, ਹਮੇਸ਼ਾ ਗੁਰੂ ਕੋਲੋਂ ਗੁਰੂ ਨੂੰ ਮੰਗੋ, ਗੁਰੂ ਕੋਲੋਂ ਚੰਗੇ ਗੁਣ ਮੰਗੋ, ਗੁਰੂ ਕੋਲੋਂ ਉੱਚਾ ਸੁੱਚਾ ਕਰੈਕਟਰ ਮੰਗੋ, ਗੁਰੂ ਕੋਲੋਂ ਉੱਚਾ ਸੁੱਚਾ ਆਚਾਰ ਮੰਗੋ, ਗੁਰੂ ਕੋਲੋਂ ਚੰਗੀ ਸਿੱਖਿਆ ਮੰਗੋ, ਗੁਰੂ ਕੋਲੋਂ ਗੁਰੂ ਨੂੰ ਮੰਗੋ। ਜੇ ਗੁਰੂ ਕੋਲੋਂ ਗੁਰੂ ਨੂੰ ਮੰਗਾਂਗੇ ਤੇ ਸੱਚ ਜਾਣਿਓ ਸਾਡੇ ਘਰ ਸਾਰਾ ਕੁਝ ਹੀ ਆ ਜਾਵੇਗਾ, ਸਾਡੇ ਘਰ ਸਾਰਾ ਕੁਝ ਹੀ ਆ ਜਾਵੇਗਾ। ਤੇ ਜਦੋਂ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਕੀ ਚਾਹੀਦਾ, ਮਰਦਾਨਾ ਕਹਿੰਦਾ ਕੁਝ ਨਹੀਂ ਚਾਹੀਦਾ, ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇੱਕ ਚੀਜ਼ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਕੀ? ਤੇ ਉਦੋਂ ਭਾਈ ਮਰਦਾਨੇ ਨੇ ਕਿਹਾ, ਬਾਬਾ ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ, ਤੇਰਾ ਕਹਿਆ ਖੁਦਾਏ ਕਰੇ। ਕਿ ਗੁਰੂ ਨਾਨਕ ਸਾਹਿਬ ਜੀ ਤੁਸੀਂ ਰੱਬ ਨੂੰ ਪਾਇਆ, ਤੁਸੀਂ ਰੱਬ ਨੂੰ ਦੇਖਿਆ ਵੀ ਹੈ, ਤੇ ਤੁਹਾਡਾ ਕਿਹਾ ਰੱਬ ਮੰਨਦਾ ਵੀ ਹੈ, ਤੁਹਾਡਾ ਕਿਹਾ ਰੱਬ ਮੰਨਦਾ ਵੀ ਹੈ। ਬਾਬਾ ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ, ਤੇਰਾ ਕਹਿਆ ਖੁਦਾਏ ਕਰੇ, ਅਸਾਂ ਨਾਲੋਂ ਵਿਛੋੜਾ ਨਾ ਹੀ। ਵੇਖੋ ਭਾਈ ਮਰਦਾਨਾ ਜੀ ਕੀ ਮੰਗਦੇ ਨੇ, ਆਪਾਂ ਵੀ ਇਹੋ ਹੀ ਮੰਗਣਾ ਹੈ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਭਾਈ ਮਰਦਾਨਾ ਜੀ ਕਹਿੰਦੇ ਅਸਾਂ ਨਾਲੋਂ ਵਿਛੋੜਾ ਨਾਹੀ, ਨਾ ਇੱਥੇ ਨਾ ਉੱਥੇ, ਪਾਤਸ਼ਾਹ ਨਾ ਜਿਉਂਦੇ ਜੀ ਤੇ ਨਾ ਮਰਨ ਤੋਂ ਬਾਅਦ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਭਾਈ ਮਰਦਾਨੇ ਦੀ ਝੋਲੀ ਦੇ ਵਿੱਚ ਦਾਤ ਪਾਈ ਤੇ ਕਿਹਾ ਸੀ, ਮਰਦਾਨਿਆ
ਜਿੱਥੇ ਤੇਰਾ ਵਾਸਾ ਉਥੇ ਮੇਰਾ ਵਾਸਾ, ਜਿੱਥੇ ਮਰਦਾਨਾ ਹੈ ਉਥੇ ਗੁਰੂ ਨਾਨਕ ਸਦਾ ਹੀ ਅੰਗ ਸੰਗ ਰਹੇਗਾ, ਗੁਰੂ ਨਾਨਕ ਸਦਾ ਨਾਲ ਰਹੇਗਾ। ਤੇ ਬੱਚਿਓ ਸਾਨੂੰ ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਕੇਵਲ ਤੇ ਕੇਵਲ ਵਾਹਿਗੁਰੂ ਦੇ ਕੋਲੋਂ ਇਹੋ ਹੀ ਦਾਤ ਮੰਗਣੀ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਕਿ हे ਗੁਰੂ ਸਾਹਿਬ ਜੀ, ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ ਚੰਗੇ ਗੁਣ ਦਿਓ, ਸਾਨੂੰ ਚੰਗੀ ਸਿੱਖਿਆ ਦਿਓ, ਸਾਡੇ ਤੇ ਕਿਰਪਾ ਕਰੋ, ਚੰਗੇ ਗੁਣ ਸਾਡੇ ਹਿਰਦੇ ਵਿੱਚ ਵਸ ਜਾਣ, ਚੰਗੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਸਾਡੇ ਹਿਰਦੇ ਦੇ ਵਿੱਚ ਵਸ ਜਾਣ। ਤੇ ਜੇ ਅਸੀਂ ਗੁਣ ਮੰਗਾਂਗੇ, ਸਿੱਖਿਆਵਾਂ ਮੰਗਾਂਗੇ, ਤੇ ਜਿੱਦਾਂ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਮੈਂ ਸਦਾ ਹੀ ਤੇਰੇ ਨਾਲ ਰਵਾਂਗਾ, ਇਦਾਂ ਗੁਰੂ ਸਾਹਿਬ ਵੀ ਜਿਹੜਾ ਉਹ ਸਦਾ ਹੀ ਸਾਡੇ ਅੰਗ ਸੰਗ ਰਹਿਣਗੇ। ਸੋ ਬੱਚਿਓ, ਇਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਜਿਹੜੀ ਚੌਥੀ ਉਦਾਸੀ ਤੋਂ ਜਿਹੜੀਆਂ ਸਾਨੂੰ ਸਿੱਖਿਆਵਾਂ ਮਿਲਦੀਆਂ, ਇੱਕ ਤੇ ਸੱਚੀ ਸੁੱਚੀ ਕਿਰਤ ਕਰਨੀ ਹੈ, ਰੱਬ ਦਾ ਨਾਮ ਜਪਣਾ ਹੈ, ਪ੍ਰਮਾਤਮਾ ਦੀ ਭਗਤੀ ਕਰਨੀ ਹੈ ਤੇ ਵੰਡ ਕੇ ਛਕਣਾ ਹੈ। ਦੂਸਰੇ ਨੰਬਰ ਤੇ ਜਿਹੜੀ ਅਚਲ ਬਟਾਲੇ ਵਾਲੀ ਸਾਖੀ ਹੈ, ਪਾਤਸ਼ਾਹ ਨੇ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ। ਮਹਾਰਾਜ ਕਹਿੰਦੇ ਨੇ ਗ੍ਰਸਤ ਧਰਮ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ। ਤੀਸਰੇ ਨੰਬਰ ਤੇ ਪਾਤਸ਼ਾਹ ਕਹਿੰਦੇ ਬੰਦਾ ਰੱਬ ਨਹੀਂ, ਰੱਬ ਤੇ ਬੰਦੇ ਦੇ ਵਿੱਚ ਬਹੁਤ ਅੰਤਰ ਹੈ। ਬੰਦੇ ਨੇ ਹਮੇਸ਼ਾ ਨਿਮਰਤਾ ਦੇ ਵਿੱਚ ਰਹਿਣਾ, ਰੱਬ ਦੀ ਭਗਤੀ ਕਰਨੀ, ਪ੍ਰਮਾਤਮਾ ਦੀ ਭਗਤੀ ਕਰਨੀ ਹੈ। ਤੇ ਚੌਥੀ ਭਾਈ ਮਰਦਾਨੇ ਵਾਲੀ ਸਾਖੀ ਸਾਨੂੰ ਇਹ ਸਿੱਖਿਆ ਮਿਲਦੀ ਹੈ, ਅਸੀਂ ਰੱਬ ਜੀ ਕੋਲੋਂ ਰੱਬ ਜੀ ਨੂੰ ਮੰਗਣਾ ਹੈ। ਜੇ ਰੱਬ ਜੀ ਕੋਲੋਂ ਰੱਬ ਜੀ ਨੂੰ ਮੰਗਾਂਗੇ ਤੇ ਸਾਨੂੰ ਸਾਰਾ ਕੁਝ ਮਿਲੇਗਾ। ਸੋ ਲੈਕਚਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਮਾਫ ਕਰ ਦੇਣੀਆਂ। ਮੈਂ ਧੰਨਵਾਦ ਕਰਦਾ ਭਾਈ ਜਸਵਿੰਦਰ ਸਿੰਘ ਖਾਲਸਾ ਯੂਕੇ ਵਾਲਿਆਂ ਦਾ, ਜੋ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਮੁਖੀ ਨੇ, ਔਰ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਜੀ, ਬਹੁਤ ਵੱਡਾ। ਜਿਹੜਾ ਗੁਰੂ ਨਾਨਕ ਸਾਹਿਬ ਨੇ ਆਹ ਗੱਲ ਕਹੀ ਸੀ ਨਾ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਕਿ ਜੇ ਬੰਦਾ ਪੜ੍ਹਿਆ ਲਿਖਿਆ ਹੈ ਨਾ ਤੇ ਬੰਦਾ ਪਰ ਉਪਕਾਰ ਕਰੇ, ਦੂਜਿਆਂ ਦੇ ਬੱਚਿਆਂ ਨੂੰ ਪੜ੍ਹਾਵੇ, ਗਰੀਬਾਂ, ਲੋੜਵੰਦਾਂ, ਨਿਮਾਣਿਆਂ, ਲਤਾੜਿਆਂ, ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਨੇ, ਉਹਨਾਂ ਦੇ ਬੱਚਿਆਂ ਨੂੰ ਅਸੀਂ ਪੜ੍ਹਾਈਏ। ਉਹ ਸਾਡੀ ਕੌਮ ਦਾ ਹਿੱਸਾ ਨੇ, ਉਹ ਸਿੱਖ ਨੇ। ਤੇ ਜੇ ਅਸੀਂ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਵਾਂਗੇ, ਉਹ ਬੱਚੇ ਵੱਡੇ ਵੱਡੇ ਅਹੁਦਿਆਂ ਤੇ ਜਾਣਗੇ ਤੇ ਸਾਡੀ ਕੌਮ ਦਾ ਨਾਮ ਰੌਸ਼ਨ ਕਰਨਗੇ। ਬਹੁਤ ਵਧੀਆ ਉਪਰਾਲਾ, ਸ਼ਲਾਘਾਯੋਗ ਉਪਰਾਲਾ ਭਾਈ ਜਸਵਿੰਦਰ ਸਿੰਘ ਖਾਲਸਾ ਯੂਕੇ ਵਾਲਿਆਂ ਦਾ ਤੇ ਇਹਨਾਂ ਦੀ ਸਾਰੀ ਟੀਮ ਦਾ। ਵੇਖੋ ਬੱਚਿਓ, ਇੱਕ ਬੇਨਤੀ ਕਰਕੇ ਫਤਿਹ ਬੁਲਾਉਣ ਲੱਗਾ। ਹਿਟਲਰ ਨੇ 60 ਲੱਖ ਯਹੂਦੀ ਮਾਰ ਦਿੱਤੇ ਜਰਮਨ ਦੇ ਵਿੱਚ, ਤੇ ਯਹੂਦੀਆਂ ਨੂੰ ਫਿਕਰ ਪੈ ਗਿਆ ਕਿ ਸਾਡੀ ਤੇ ਹੋਂਦ ਇਸ ਦੁਨੀਆ ਤੋਂ ਖਤਮ ਹੋ ਜਾਣੀ, ਸਾਡੀ ਹੋਂਦ ਇਸ ਦੁਨੀਆ ਤੋਂ ਖਤਮ ਹੋ ਜਾਣੀ ਹੈ। ਤੇ ਯਹੂਦੀਆਂ ਦੇ ਜਿਹੜੇ ਕੌਮ ਦੇ ਚਿੰਤਕ ਸੀ ਨਾ, ਉਹ ਇਕੱਠੇ ਹੋਏ ਤੇ ਉਹਨਾਂ ਨੇ 5 ਸਿਧਾਂਤ ਆਪਣੀ ਕੌਮ ਦੇ ਵਿੱਚ ਲਾਗੂ ਕਰ ਦਿੱਤੇ। ਉਹ 5 ਸਿਧਾਂਤ ਕਿਹੜੇ? ਸਭ ਤੋਂ ਪਹਿਲੇ ਨੰਬਰ ਤੇ ਉਹ ਕਹਿੰਦੇ ਯਹੂਦੀਆਂ ਦਾ ਯਹੂਦੀਆਂ ਦੇ ਨਾਲ ਪਿਆਰ ਹੋਵੇ, ਭਾਵ ਯਹੂਦੀ ਯਹੂਦੀ ਨੂੰ ਪਿਆਰ ਕਰੇ। ਅੱਜ ਸਾਨੂੰ ਵੀ ਲੋੜ ਹੈ ਸਿੱਖ ਸਿੱਖ ਨੂੰ ਪਿਆਰ ਕਰੇ। ਦੂਸਰੇ ਨੰਬਰ ਤੇ ਉਹ ਕਹਿੰਦਾ ਯਹੂਦੀ ਆਪਣੇ ਬੱਚੀ ਤੇ ਬੱਚੇ ਦਾ ਰਿਸ਼ਤਾ ਯਹੂਦੀਆਂ ਦੇ ਵਿੱਚ ਕਰੇ। ਅੱਜ ਸਾਨੂੰ ਵੀ ਲੋੜ ਹੈ ਸਿੱਖ ਆਪਣੇ ਬੱਚੇ ਤੇ ਬੱਚੀ ਦਾ ਰਿਸ਼ਤਾ ਸਿੱਖਾਂ ਦੇ ਵਿੱਚ ਕਰੇ। ਤੀਸਰੇ ਨੰਬਰ ਤੇ ਉਹ ਕਹਿੰਦੇ ਨੇ ਜੇ ਕੋਈ ਯਹੂਦੀ ਗਰੀਬ ਹੈ, 1-1 ਰੁਪਈਆ ਉਹਦੇ ਖਾਤੇ ਵਿੱਚ ਪਾਓ। ਜੇ 10 ਲੱਖ ਯਹੂਦੀ ਨੇ ਤੇ 10 ਲੱਖ ਰੁਪਈਆ ਉਹਦੇ ਖਾਤੇ 'ਚ ਰਾਤੋਂ ਰਾਤ ਪਹੁੰਚ ਜਾਵੇ, ਉਹ ਯਹੂਦੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਣ ਜਾਵੇ। ਚੌਥੇ ਨੰਬਰ ਤੇ ਉਹਨਾਂ ਨੇ ਬੜੀ ਵਧੀਆ ਗੱਲ ਕਹੀ, ਯਹੂਦੀ ਨੇ ਕੋਈ ਸਮਾਨ ਖਰੀਦਣਾ ਹੈ ਉਹ ਯਹੂਦੀ ਦੀ ਦੁਕਾਨ ਤੇ ਜਾਵੇ। ਤੇ ਜਿਹੜਾ 5ਵਾਂ ਸਿਧਾਂਤ ਸੀ ਨਾ ਯਹੂਦੀਆਂ ਦਾ, ਉਹ ਸੀ ਆਪਣੇ ਬੱਚਿਆਂ ਨੂੰ ਪੜ੍ਹਾਓ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ। ਜੇ ਯਹੂਦੀਆਂ ਦੇ ਬੱਚੇ ਵੱਧ ਤੋਂ ਵੱਧ ਪੜ੍ਹਨਗੇ ਤੇ ਯਹੂਦੀ ਪੂਰੀ ਦੁਨੀਆ 'ਚ ਰਾਜ ਕਰਨਗੇ। ਤੇ ਮਾਫ ਕਰਨਾ, 60 ਲੱਖ ਯਹੂਦੀ ਖਤਮ ਕਰ ਦਿੱਤਾ ਸੀ ਭਾਵੇਂ ਹਿਟਲਰ ਨੇ, ਪਰ ਮੈਂ ਬੇਨਤੀ ਕਰਾਂ ਅੱਜ ਉਹਨਾਂ ਨੇ ਪੜ੍ਹਾਈ ਦੇ ਸਿਰ ਤੇ, ਅੱਜ ਉਹਨਾਂ ਨੇ ਵਿਦਿਆ ਦੇ ਸਿਰ ਤੇ ਇੱਕ ਆਪਣਾ ਵੱਖਰਾ ਦੇਸ਼ ਬਣਾ ਲਿਆ, ਜਿਹਨੂੰ ਇਜ਼ਰਾਈਲ ਕਹਿੰਦੇ ਨੇ। ਵਰਲਡ ਦੀ ਪਾਵਰਫੁਲ ਕੰਟਰੀ ਹੈ ਇਜ਼ਰਾਈਲ। ਤੇ ਮੈਂ ਬੇਨਤੀ ਕਰਾਂ, ਅੱਜ ਯਹੂਦੀ ਪੂਰੀ ਦੁਨੀਆ ਵਿੱਚ ਰਾਜ ਕਰਨੇ ਨੇ, ਪੂਰੀ ਦੁਨੀਆ ਦੇ ਵਿੱਚ। ਅਮਰੀਕਾ ਦੀ ਇਕਨੋਮੀ ਯਹੂਦੀਆਂ ਦੇ ਕੋਲ ਹੈ, ਇੰਗਲੈਂਡ ਦੀ ਇਕਨੋਮੀ ਯਹੂਦੀਆਂ ਦੇ ਕੋਲ ਨੇ। ਜਿੰਨੀਆਂ ਸਾਡੀਆਂ ਯੂਰਪੀਅਨ ਕੰਟਰੀਆਂ ਨੇ, ਚਾਹੇ ਉਹ ਫੋਰਨ ਕੰਟਰੀਆਂ ਨੇ, ਸਾਰਿਆਂ ਦੀ ਜਿਹੜੀ ਇਕਨੋਮੀ ਹੈ ਉਹ ਯਹੂਦੀਆਂ ਦੇ ਕੋਲ ਹੈ। ਇੱਥੇ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ, ਆ ਜਿਹੜਾ ਬੈਂਕ ਸਿਸਟਮ ਹੈ ਨਾ, ਬੈਂਕ ਅਸੀਂ ਪੈਸੇ ਜਮ੍ਹਾਂ ਕਰਾਉਨੇ ਬੈਂਕ ਦੇ ਵਿੱਚ, ਸਾਨੂੰ ਇਹ ਵੀ ਯਹੂਦੀਆਂ ਨੇ ਸ਼ੁਰੂ ਕੀਤਾ ਸੀ। ਆ ਜਿਹੜਾ ਨੈਟ ਸਿਸਟਮ ਹੈ ਇਹ ਵੀ ਯਹੂਦੀਆਂ ਨੇ ਸ਼ੁਰੂ ਕੀਤਾ ਸੀ। ਜੇ 300 ਨੋਬਲ ਪੁਰਸਕਾਰ ਦਿੱਤੇ ਗਏ ਪੂਰੀ ਦੁਨੀਆ ਦੇ ਵਿੱਚ,
ਤੇ ਉਹਦੇ ਵਿੱਚੋਂ ਘੱਟੋ ਘੱਟ 170 ਨੋਬਲ ਪੁਰਸਕਾਰ ਕੱਲੇ ਯਹੂਦੀਆਂ ਦੇ ਹਿੱਸੇ ਵਿੱਚ ਆਏ। ਕਿਉਂ? ਕਿਉਂਕਿ ਉਹਨਾਂ ਦੇ ਬੱਚਿਆਂ ਨੇ ਚੰਗੀਆਂ ਪੜ੍ਹਾਈਆਂ ਕੀਤੀਆਂ, ਉਹਨਾਂ ਨੇ ਚੰਗੀਆਂ ਪੜ੍ਹਾਈਆਂ ਕੀਤੀਆਂ ਜੋ ਪੂਰੀ ਦੁਨੀਆ 'ਚ ਰਾਜ ਕਰ ਰਹੇ ਨੇ। ਤੇ ਮੇਰੀ ਬੇਨਤੀ ਹੈ, ਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ, ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਦਿਓ, ਤਾਂ ਜੋ ਸਾਡੇ ਕੌਮ ਦੇ ਬੱਚੇ ਵੀ ਵੱਡੇ ਵੱਡੇ ਅਹੁਦਿਆਂ ਤੇ ਜਾਣ ਤੇ ਕੌਮ ਦਾ ਨਾਮ ਜਿਹੜਾ ਹੈ ਉਹ ਰੋਸ਼ਨ ਕਰਨ। ਅੱਜ ਵੇਖੋ ਕੈਨੇਡਾ ਦੇ ਜਿਹੜੇ ਉਪ ਮੁੱਖ ਮੰਤਰੀ ਨੇ ਸਰਦਾਰ ਜਗਮੀਤ ਸਿੰਘ, ਕਿੰਨੀ ਮਾਣ ਵਾਲੀ ਗੱਲ ਹੈ। ਰੱਖਿਆ ਮੰਤਰੀ ਨੇ ਸਰਦਾਰ ਸੱਜਣ ਸਿੰਘ, ਕਿੰਨੀ ਮਾਣ ਵਾਲੀ ਗੱਲ ਹੈ। ਸੋ ਬਹੁਤ ਵਧੀਆ ਉਪਰਾਲਾ ਸਰਦਾਰ ਜਸਵਿੰਦਰ ਸਿੰਘ ਜੂਕੇ ਵਾਲਿਆਂ ਦਾ, ਜੋ ਪੰਜਾਬ ਦੀ ਧਰਤੀ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਚਲਾ ਰਹੇ ਨੇ। ਧੰਨਵਾਦ ਇਹਨਾਂ ਦਾ, ਧੰਨਵਾਦ ਇਹਨਾਂ ਦੀ ਸਾਰੀ ਟੀਮ ਦਾ। ਵਿਚਾਰਾਂ ਕਰਦਿਆਂ, ਲੈਕਚਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਮਾਫ ਕਰ ਦੇਣੀਆਂ। ਬਾਣੀ ਪੜ੍ਹੀਏ, ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਗੁਰਬਾਣੀ ਦੇ ਆਸ਼ੇ ਅਨੁਸਾਰ ਆਪਣਾ ਜੀਵਨ ਢਾਲੀਏ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਹੈ ਭਾਈ ਹਰਪ੍ਰੀਤ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਚੌਥੀ ਉਦਾਸੀ ਦੀ ਪ੍ਰੇਰਨਾ ਸਾਨੂੰ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਬੜੀ ਸਰਲ ਭਾਸ਼ਾ ਵਿੱਚ ਸਿਖਾਈ ਹੈ, ਸਾਨੂੰ ਸਮਝਾਈ ਹੈ। ਸੋ ਅਸੀਂ ਇਸ ਲੈਕਚਰ ਤੋਂ ਕਹੋ, ਇਸ ਸਿੱਖਿਆਵਾਂ ਤੋਂ ਬੜੀ ਸਿੱਖਿਆ ਲੈਣੀ ਹੈ। ਯਹੂਦੀਆਂ ਵਾਲੀ ਗੱਲ ਤੇ ਹੀ ਅਸੀਂ ਪਹਿਰਾ ਦੇ ਦਈਏ ਤੇ ਸਾਡੀ ਕੌਮ ਕਿਤੇ ਦੀ ਕਿਤੇ ਤਰੱਕੀਆਂ ਕਰਕੇ ਪਹੁੰਚ ਸਕਦੀ ਹੈ। ਐਡੀ ਸਤਿਗੁਰਾਂ ਦੀ ਮਿਹਰ ਹੈ। ਸੋ ਆਓ ਅਸੀਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ, ਬੱਚਿਆਂ ਦੇ ਜੋ ਹਰ ਰੋਜ਼ ਸੈਸ਼ਨ ਦੇ ਵਿੱਚ ਥੋੜੇ ਮੋਟੇ ਸਵਾਲ ਹੁੰਦੇ ਨੇ, ਟਾਈਮ ਭਾਵੇਂ ਹੋ ਗਿਆ ਹੈ ਫਿਰ ਵੀ ਥੋੜੇ ਜਿਹੇ ਘੱਟ ਬੱਚੇ ਲਵਾਂਗੇ, ਤੇ ਕਿਸੇ ਬੱਚੇ ਦਾ ਕੋਈ ਸਵਾਲ ਹੈ ਤੇ ਉਹ ਬੇਟਾ ਆਪਣਾ ਹੈਂਡ ਰੇਜ਼ ਕਰਕੇ ਸਵਾਲ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੀ ਹੋਵੇ। ਕੋਈ ਮਗਰਲੀ ਗੱਲ, ਪੁਰਾਣੀ ਗੱਲ ਕੋਈ ਅੱਜ ਨਾ ਪੁੱਛਿਓ। ਜੋ ਅੱਜ ਭਾਈ ਸਾਹਿਬ ਜੀ ਨੇ ਲਿਖਿਆ ਹੈ, ਇਸ ਦੇ ਵਿੱਚੋਂ ਅਗਰ ਕਿਸੇ ਕੋਈ ਬੱਚਾ ਕਿਤੇ ਡਾਊਟਫੁਲ ਹੈ, ਇਹ ਸਵਾਲ ਤਾਂ ਆਪਣਾ ਡਾਊਟ ਕਲੀਅਰ ਕਰਨ ਲਈ ਹੁੰਦੇ ਨੇ, ਪਰ ਇਹ ਅਸੀਂ ਇਤਿਹਾਸ ਪੜ੍ਹ ਕੇ ਆਪ ਕਰਨਾ ਹੁੰਦਾ ਹੈ। ਪਰ ਅਸੀਂ ਕੁਛ ਇਸ ਤਰ੍ਹਾਂ ਦੀ ਮਰਿਆਦਾ ਬਣਾ ਲਈ ਹੈ ਕਿ ਬੱਚੇ ਰੋਜ਼ ਦੀ ਰੋਜ਼, ਕਈ ਵਿਚਾਰੇ ਮੇਰੇ ਵਰਗੇ, ਉਹਨਾਂ ਨੂੰ ਸਵਾਲ ਕਰਨਾ ਨਹੀਂ ਆਉਂਦਾ ਸਹੀ, ਉਹ ਫਿਰ ਜਿਹੜੇ ਸਹੀ ਬੁਲਾਰੇ ਨੇ ਉਹ ਫਿਰ ਸਮਝਾਉਂਦੇ ਨੇ। ਸੋ ਜਿਹੜੇ ਬੱਚਿਆਂ ਨੇ ਕੋਈ ਮਰਿਆਦਾ ਦਾ, ਕੋਈ ਡਾਊਟ, ਇਤਿਹਾਸ ਦੀ ਗੱਲ ਪੁੱਛਣੀ ਹੈ, ਉਹ ਪਿਆਰ ਸਹਿਤ ਭਾਈ ਸਾਹਿਬ ਨੂੰ ਪੁੱਛ ਸਕਦੇ ਹਨ ਜੀ। ਬਹੁਤ ਧੰਨਵਾਦ ਵੀਰ ਜੀ ਦਾ। ਤੇ ਚੈਟ ਦੇ ਵਿੱਚ ਵੀ ਬਹੁਤ ਵਧੀਆ ਲਿਖਿਆ ਆ ਰਿਹਾ ਕਿ ਅਸੀਂ ਸਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਸਾਨੂੰ ਸਮਝਾਇਆ। ਸੋ ਮੈਂ ਵੀਰ ਜੀ ਨੂੰ ਬੇਨਤੀ ਕਰਾਂਗੀ, ਕੇਵਲ 2 ਕੁ ਸਵਾਲ ਹੀ ਅਸੀਂ ਲਵਾਂਗੇ ਜੀ, ਕਿਉਂਕਿ ਇਸ ਸਮੇਂ ਦੇ ਅਕੋਰਡਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਕੁਐਸਚਨ ਇਸ ਵਿੱਚ ਮੈਂ ਕਿ ਅੰਕਲ ਜੀ ਨੇ ਦੱਸਿਆ ਕਿ ਕਰੋੜ ਨਾਮ ਜਪ ਵੰਡ ਛੋਕੋ ਦੇ ਨਾਲ, ਅੰਕਲ ਜੀ ਨੇ ਪੰਕਤੀਆਂ ਦੱਸਿਆ ਰਿਲੇਟਡ, ਜੋ ਵੰਡ ਛੋਕੋ ਨਾਲ ਦੱਸੀ ਸੀ ਉਹ ਕਿਹੜੀ ਪੰਕਤੀ ਸੀ? ਆਵਾਜ਼ ਨਹੀਂ ਕਲੀਅਰ ਸੁਣੀ ਮੈਨੂੰ, ਫਿਰ ਬੋਲਿਓ। ਅੰਕਲ ਜੀ ਜੋ ਤੁਸੀਂ ਪੰਕਤੀ ਦੱਸੀ ਸੀ ਵੰਡ ਛਕੋ ਨਾਲ, ਉਹ ਕਿਹੜੀ ਸੀ? ਹਾਂਜੀ, ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਤੋਂ ਜਾਈ। ਠੀਕ ਹੈ ਜੀ, ਠੀਕ ਹੈ ਬੇਟਾ। ਇੱਕ ਗੱਲ ਚੇਤੇ ਰੱਖਿਓ, ਕੱਲਾ ਅਸੀਂ ਪੈਸਾ ਹੀ ਨਹੀਂ ਵੰਡਣਾ, ਕੱਲਾ ਅਸੀਂ ਰੋਟੀ ਪਾਣੀ ਨਹੀਂ ਵੰਡਣਾ, ਅਸੀਂ ਦੁਨੀਆ ਦੀ ਹਰ ਚੀਜ਼ ਵੰਡ ਸਕਦੇ ਹਾਂ। ਜੇ ਅਸੀਂ ਟੀਚਰ ਆ, ਅਸੀਂ ਚੰਗੀ ਪੜ੍ਹਾਈ ਕੀਤੀ ਹੈ, ਤਾਂ ਅਸੀਂ ਉਹ ਆਪਣਾ ਗੁਣ ਵੀ ਵੰਡ ਸਕਦੇ, ਅਸੀਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ। ਜੇ ਅਸੀਂ ਡਾਕਟਰ ਆ ਤੇ ਅਸੀਂ ਗਰੀਬਾਂ ਦੇ ਬੱਚਿਆਂ ਦਾ ਫ੍ਰੀ ਇਲਾਜ ਕਰ ਸਕਦੇ ਹਾਂ। ਇਹ ਵੀ ਵੰਡ ਛਕੇ ਦੇ ਵਿੱਚ ਹੀ ਆਉਂਦਾ ਹੈ। ਠੀਕ ਹੈ ਬੱਚਿਓ। ਹਾਂਜੀ, ਅਗਲਾ ਵਿਦਿਆਰਥੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਆਵਾਜ਼ ਠੀਕ ਆ ਰਹੀ ਹੈ? ਹਾਂਜੀ ਹਾਂਜੀ, ਠੀਕ ਆ ਰਹੀ ਜੀ। ਵਾਹਿਗੁਰੂ ਜੀ, ਮੇਰੇ 2 ਕੁਐਸਚਨ ਹਨ। ਪਹਿਲਾ ਕੁਐਸਚਨ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਦੂਸਰੀ ਉਦਾਸੀ ਕਿਹੜੀ ਕੀਤੀ ਸੀ ਜੀ? ਗੁਰੂ ਨਾਨਕ ਸਾਹਿਬ ਦੀ ਜਿਹੜੀ ਦੂਸਰੀ ਉਦਾਸੀ ਹੈ ਨਾ, ਉਹ ਗੁਰੂ ਨਾਨਕ ਸਾਹਿਬ ਦੀ ਦੂਸਰੀ ਉਦਾਸੀ ਹੈਗੀ ਸਮੇਰ ਪਰਬਤ ਦੀ। ਜਿਹੜੇ ਮਤਲਬ ਪਹਾੜ ਸੀ ਉੱਚੇ, ਉੱਥੇ ਜੋਗੀ ਤੇ ਸਿੱਧ ਜਾ ਕੇ ਬਹਿ ਗਏ ਸੀ, ਤੇ ਗੁਰੂ ਨਾਨਕ ਸਾਹਿਬ ਫਿਰ ਉੱਥੇ ਗਏ ਤੇ ਉਹਨਾਂ ਨੂੰ ਸਮਝਾਇਆ, ਸਿੱਧ ਛੁਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ।
ਵੀ ਇੱਥੇ ਰਹਿ ਕੇ ਤੁਹਾਨੂੰ ਰੱਬ ਨਹੀਂ ਮਿਲਣਾ, ਇੱਥੇ ਘਾਹ ਫੂਸ ਖਾ ਕੇ ਤੁਹਾਨੂੰ ਰੱਬ ਨਹੀਂ ਮਿਲਣਾ। ਜੇ ਰੱਬ ਨੂੰ ਪਾਉਣਾ ਹੈ ਤੇ ਸਮਾਜ ਵਿੱਚ ਜਾਓ, ਉੱਥੇ ਜਾ ਕੇ ਰੱਬ ਦੀ ਭਗਤੀ ਕਰੋ, ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ, ਸਮਾਜ ਵਿੱਚ ਜਾ ਕੇ ਚੰਗੇ ਕੰਮ ਕਰੋ, ਫਿਰ ਤੁਹਾਡੇ ਤੇ ਰੱਬ ਦੀ ਕਿਰਪਾ ਹੋਵੇਗੀ। ਹਾਂਜੀ ਸਮੇਰ ਪਰਬਤ ਦੀ ਤੇ ਦੂਸਰੀ ਜੀ ਉਦਾਸੀ ਹੈ। ਠੀਕ ਹੈ ਜੀ। ਦੂਸਰਾ ਸਵਾਲ ਇਹ ਹੈ ਕਿ ਵੀ ਮਾਇਆ ਉਹਨੂੰ ਕਹਿੰਦੇ ਨੇ ਪੈਸੇ ਨੂੰ ਤੇ ਦੌਲਤ ਨੂੰ, ਹਨਾ ਜੀ। ਬੇਟਾ ਦੁਨੀਆ ਦੀ ਉਹ ਹਰ ਚੀਜ਼ ਮਾਇਆ ਆ ਜਿਹੜੀ ਸਾਨੂੰ ਰੱਬ ਦੇ ਨਾਲੋਂ ਤੋੜਦੀ ਆ, ਠੀਕ ਆ ਜੀ। ਚਾਹੇ ਉਹ ਮਾਇਆ ਆ, ਚਾਹੇ ਉਹ ਪਰਿਵਾਰ ਆ। ਹੁਣ ਬੇਟਾ ਏਦਾਂ ਮੈਂ ਤੁਹਾਨੂੰ ਦੱਸਦਾ ਆ, ਮਤਲਬ ਮੈਂ ਕਿਤੇ ਕਥਾ ਕਰਨ ਵਾਸਤੇ ਗਿਆ ਤੇ ਉੱਥੇ ਮੈਨੂੰ ਇੱਕ ਲੜਕਾ ਮਿਲਿਆ ਤੇ ਉਹ ਰੋਜ਼ ਗੁਰਦੁਆਰੇ ਆਉਂਦਾ, ਪਰ ਉਹਨੇ ਮੈਨੂੰ ਦੱਸਿਆ, ਉਹ ਕਹਿੰਦਾ ਵੀ ਮੇਰੀ ਵਾਈਫ ਮੈਨੂੰ ਗੁਰਦੁਆਰੇ ਨਹੀਂ ਆਉਣ ਦਿੰਦੀ, ਉਹ ਕਿਉਂਕਿ ਉਹ ਕਿਸੇ ਡੇਰੇ ਨਾਲ ਜੁੜੇ ਆ। ਹੁਣ ਉਹਦੇ ਵਾਸਤੇ ਉਹਦੀ ਵਾਈਫ ਵੀ ਮਾਇਆ ਆ, ਕਿਉਂਕਿ ਉਹ ਉਹਨੂੰ ਗੁਰਦੁਆਰੇ ਨਹੀਂ ਆਉਣ ਦਿੰਦੀ। ਬਹੁਤ ਬੱਚੇ ਇਦਾਂ ਦੇ ਆ ਜਿਹੜੇ ਦਮਾਲਾ ਬੰਨਣਾ ਚਾਹੁੰਦੇ ਆ, ਦਸਤਾਰਾਂ ਸਜਾਉਣੀਆਂ ਚਾਹੁੰਦੇ, ਪਰ ਉਹਨਾਂ ਦੇ ਮੰਮੀ ਪਾਪਾ ਨਹੀਂ ਸਜਾਉਣ ਦਿੰਦੇ, ਉੱਥੇ ਉਹ ਵੀ ਮਾਇਆ ਹੀ ਆ। ਬਹੁਤ ਮਤਲਬ ਦੁਨੀਆ ਦੀ ਉਹ ਬੱਚਿਓ ਹਰ ਚੀਜ਼ ਹੀ ਮਾਇਆ ਆ ਜਿਹੜੀ ਸਾਨੂੰ ਗਲਤ ਪਾਸੇ ਪ੍ਰੇਰਦੀ ਆ। ਕਾਮ ਕ੍ਰੋਧ, ਜਿੱਦਾਂ ਵਿਸ਼ੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਮਾਇਆ ਦੇ ਵਿੱਚ ਹੀ ਆਉਂਦੇ ਨੇ। ਜਿਹੜੀ ਸਾਨੂੰ ਰੱਬ ਨਾਲੋਂ ਦੂਰ ਲੈ ਕੇ ਜਾਂਦੇ ਉਹ ਮਾਇਆ ਹੀ ਆ। ਹਾਂਜੀ ਅਗਲਾ ਵਿਦਿਆਰਥੀ, ਬਸ ਲਾਸਟ ਵਿੱਚ ਇੱਕੋ ਹੀ ਵਿਦਿਆਰਥੀ ਲਵਾਂਗੇ ਜੀ ਹੋਰ, ਤੇ ਜੇ ਕਿਸੇ ਬੱਚੇ ਦਾ ਹੈਗਾ, ਨਹੀਂ ਅਸੀਂ ਭਾਈ ਸਾਹਿਬ ਜੀ ਉਹਨਾਂ ਨੂੰ। ਹਾਂਜੀ ਬੱਚਾ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਆਪਾਂ ਭਗਤੀ ਕਰਕੇ ਹੀ ਕਿਸੇ ਦਾ ਮਨ ਜਿੱਤ ਸਕਦੇ ਆ? ਬੇਟਾ ਕਿਸੇ ਦਾ ਨਹੀਂ ਜਿੱਤ ਸਕਦੇ, ਅਸੀਂ ਆਪਣਾ ਜਿੱਤ ਸਕਦੇ ਹਾਂ ਜੀ। ਗੁਰਬਾਣੀ ਬੇਟਾ ਦੂਸਰੇ ਨੂੰ ਸੁਧਾਰਨ ਦੀ ਗੱਲ ਨਹੀਂ ਕਰਦੀ, ਗੁਰਬਾਣੀ ਕਹਿੰਦੀ ਆਪਣੇ ਆਪ ਨੂੰ ਸੁਧਾਰ, ਠੀਕ ਆ ਜੀ। ਗੁਰਬਾਣੀ ਕਹਿੰਦੀ ਆਪਣੇ ਆਪ ਨੂੰ ਸੁਧਾਰ, ਬਾਣੀ ਪੜ੍ਹ, ਰੱਬ ਦੀ ਭਗਤੀ ਕਰ, ਪ੍ਰਮਾਤਮਾ ਦਾ ਨਾਮ ਜਪ ਤੇ ਆਪਣੇ ਆਪ ਨੂੰ ਸੁਧਾਰ, ਆਪਣੇ ਆਪ ਨੂੰ ਸਵਾਰ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਭਾਈ ਹਰਪ੍ਰੀਤ ਸਿੰਘ ਜੀ, ਉਹਨਾਂ ਦਾ ਬਹੁਤ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਬਹੁਤ ਹੀ ਵਧੀਆ ਵਿਚਾਰ ਸਾਨੂੰ ਸਰਵਣ ਕਰਵਾਏ, ਗੁਰੂ ਸਾਹਿਬ ਦਾ ਇਤਿਹਾਸ ਬੱਚਿਆਂ ਨੂੰ ਜਾਣੂ ਕਰਵਾਇਆ, ਤੇ ਬਹੁਤ ਹੀ ਅਸੀਂ ਜਿਉ ਆਇਆ ਕਹਿੰਦੇ ਹਾਂ। ਸਾਡੀ ਧੰਨਵਾਦ ਜੀ, ਸਾਰਿਆਂ ਦਾ ਧੰਨਵਾਦ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ, ਭਾਈ ਸਾਹਿਬ ਜੀ, ਭਾਈ ਜਸਵਿੰਦਰ ਸਿੰਘ ਜੀ ਖਾਲਸਾ ਯੂਕੇ ਵਾਲਿਆਂ ਵੱਲੋਂ, ਸਾਡੇ ਸਾਰੇ ਸਟਾਫ ਵੱਲੋਂ ਤੇ ਸਾਰੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਜਿਉ ਆਇਆ ਹੈ ਜੀ। ਤੇ ਅੱਗੇ ਵਾਸਤੇ ਵੀ ਕਦੇ ਸਾਨੂੰ ਆਪ ਜੀ ਦੀਆਂ ਸੇਵਾਵਾਂ ਦੀ ਲੋੜ ਪੈਂਦੀ ਹੈ, ਜ਼ਰੂਰ ਆਪ ਜੀ ਨੇ ਬੇਨਤੀ ਕਰਨੀ। ਅਸੀਂ ਬੇਨਤੀ ਕਰਦੇ ਹਾਂ ਵਿਦਿਆਰਥੀਆਂ ਨੂੰ ਕਿ ਜਾਪ ਦੀ ਸੇਵਾ ਤੇ ਕੀਰਤਨ ਦੀ ਸੇਵਾ ਵਿੱਚ ਆਪਣਾ ਨਾਮ ਲਿਖਾਓ। ਜਿਹੜੇ ਵਿਦਿਆਰਥੀ ਰਜਿਸਟ੍ਰੇਸ਼ਨ ਨਹੀਂ ਹੋਈ 550 ਸਾਲਾਂ ਵਾਲੀ, ਉਹ ਰਜਿਸਟ੍ਰੇਸ਼ਨ ਕਰਵਾਓ, ਡੇਟ ਨੇੜੇ ਆ ਰਹੀ ਹੈ। ਸੋ ਸਾਰਿਆਂ ਦਾ ਧੰਨਵਾਦ ਹੈ। ਅਸੀਂ ਭਾਈ ਸਾਹਿਬ ਜੀ ਨੂੰ ਸਮਾਪਤੀ ਵੇਲੇ ਲਾਸਟ 'ਚ ਇੱਕ ਵਾਰੀ ਫਿਰ ਜਿਉ ਆਇਆ ਕਹਿੰਦੇ ਹਾਂ। ਗੁਰੂ ਸਾਹਿਬ ਮਿਹਰ ਕਰਨੇ ਸਾਡਾ ਕੈਂਪ ਸਫਲ। ਗੁਰੂ ਜੀ ਇਹ ਬਹੁਤ ਹੀ ਸਫਲ ਕੈਂਪ ਹੈ। ਵਿਦਿਆਰਥੀ ਡਾਊਨ ਨਹੀਂ ਹੋਈ ਹੈਗੀ, ਹਮੇਸ਼ਾ ਗਿਣਤੀ ਬਰਾਬਰ ਹੀ ਰਹੀ ਹੈ। ਇਹ ਸਤਿਗੁਰਾਂ ਦੀ ਦਿਲੋਂ ਕੀਤੀਆਂ ਹੋਈਆਂ ਸੇਵਾਵਾਂ ਦਾ ਫਲ ਹੈ। ਸੋ ਆਓ, ਧੰਨਵਾਦ ਸਾਰਿਆਂ ਦਾ। ਕੈਂਪ ਦੀ ਸਮਾਪਤੀ ਹੈ। ਜੇ ਕੋਈ ਅਨਾਉਂਸਮੈਂਟ ਭੈਣ ਜੀ ਹੈ ਤਾਂ ਆਪ ਜੀ ਕਰੋ, ਨਹੀਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।